ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਸਾਡੀ ਵਿਚਾਰ ਹੈ, ਆਪਾਂ ਗਰੁੱਪ ਦੇ ਵਿੱਚ 2 ਸ਼ਬਦ ਪਾਏ ਸੀ। ਕੋਸ਼ਿਸ਼ ਕਰਾਂਗੇ ਜੇ ਦੋਨੇ ਸ਼ਬਦ ਵਿਚਾਰ ਸਕੀਏ। ਸਭ ਤੋਂ ਪਹਿਲਾਂ ਅਸੀਂ ਜੂਨ ਦਾ ਪਹਿਲਾ ਹਫਤਾ 1984 ਦੇ ਸਮੂਹ ਨਿਰਦੋਸ਼ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਗੁਰੂ ਸਾਹਿਬ ਬਲ ਬਖਸ਼ਣ, ਜੋ ਉਹ ਪੂਰਨੇ ਪਾ ਗਏ ਨੇ, ਕੌਮ ਉਹਨਾਂ ਤੋਂ ਸੇਧ ਲੈਂਦੀ ਰਹੇ ਔਰ ਇੱਕ ਸੁਚੱਜਾ ਜੀਵਨ ਗੁਰਮਤਿ ਦੇ ਅਨੁਸਾਰ ਗੁਰੂ ਪਾਤਸ਼ਾਹ ਸਾਨੂੰ ਜਿਉਣ ਦਾ ਬਲ ਬਖਸ਼ਣ। ਤੇ ਜਦੋਂ ਆਪਾਂ ਨਾਮ ਸਿਮਰਨ ਵੀ ਕਰਦੇ ਹਾਂ, ਸਾਰਿਆਂ ਨੂੰ ਬੇਨਤੀ ਹੁੰਦੀ ਹੈ ਕਿ ਕੋਈ ਵੀ ਇਹ ਸੇਵਾ ਲੈ ਸਕਦਾ। ਇਹ ਸਾਰੀਆਂ ਗੱਲਾਂ ਅਸੀਂ ਅੱਗੇ ਜਾ ਕੇ ਡਿਸਕਸ ਕਰਨੀਆਂ ਨੇ। ਕੋਈ ਵੀ ਬੰਦਾ ਜਾਂ ਬੀਬੀ ਸੇਵਾ ਇੱਥੇ ਲੈ ਸਕਦੇ ਨੇ, ਕਿਉਂਕਿ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਹਦੇ ਉੱਤੇ ਅਕਾਲ ਪੁਰਖ ਦਿਆਲ ਹੁੰਦਾ ਹੈ, ਕਿਰਪਾਲੂ ਹੁੰਦਾ ਹੈ, ਜਿਹੜਾ ਅਕਾਲ ਪੁਰਖ ਨੂੰ ਭਾ ਜਾਂਦਾ ਹੈ, ਉਸ ਗੁਰਸਿੱਖ ਪਿਆਰੇ ਨੂੰ ਸਤਿਗੁਰ ਆਪ ਉਪਦੇਸ਼ ਦਿੰਦੇ ਨੇ। ਉਹਨਾਂ ਦੇ ਸੰਜੋਗ ਬਣ ਜਾਂਦੇ ਨੇ। ਉਹਨਾਂ ਨੂੰ ਕੋਈ ਗਿਆਨ ਦਾ ਸੋਮਾ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰਮਤਿ ਮਿਲ ਜਾਂਦੀ ਹੈ। ਤੇ ਫਿਰ ਉਸ ਦੇ ਅੱਗੇ ਪਤਾ ਕੀ ਤੁਕ ਲਿਖੀ ਹੈ? ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹੈ, ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜੋ ਨਾਮ ਜਪਦਾ ਹੈ ਔਰ ਕੋਸ਼ਿਸ਼ ਕਰਕੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦੇ, ਗੁਰੂ ਸਾਹਿਬ ਕਹਿੰਦੇ ਨੇ ਉਸ ਗੁਰਸਿੱਖ ਪਿਆਰੇ ਦੀ ਜਨ ਨਾਨਕ ਧੂੜ ਮੰਗੈ। ਸੋ ਇੱਥੋਂ ਗੁਰੇਜ਼ ਨਾ ਕਰਿਆ ਕਰੋ, ਨਾ ਹੀ ਸੰਗਿਆ ਕਰੋ। ਆਪਾਂ ਆਪਣੇ ਆਪਣੇ ਘਰ ਬੈਠੇ, ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਹ ਸੰਜੋਗ ਬਣਾਇਆ ਸਾਰਿਆਂ ਦਾ। ਤੇ ਜਿਹੜੇ ਵੀ ਕੇਵਲ ਆਪਣੇ ਕੋਲ 30 ਮਿੰਟ ਹੁੰਦੇ ਨੇ ਜਾਂ ਕਦੇ ਕਦੇ 25 ਮਿੰਟ ਹੀ ਹੁੰਦੇ ਨੇ, ਸੋ 5-5 7-7 ਮਿੰਟ ਸਾਰੇ ਸੇਵਾ ਕਰਿਆ ਕਰੋ। ਬੜੇ ਹੀ ਰਿਸਪੈਕਟਫੁਲੀ, ਜੇ ਕੋਈ ਇੱਕ ਜਣਾ ਸੇਵਾ ਕਰ ਰਿਹਾ ਤੇ ਦੂਸਰਾ ਜਣਾ ਜੇਕਰ ਕੋਈ ਸਟਾਰਟ ਕਰਦਾ ਤੇ ਪਹਿਲਾ ਬੰਦਾ ਰਿਸਪੈਕਟਫੁਲੀ ਮੈਨਰ ਦੇ ਵਿੱਚ ਚੁੱਪ ਕਰ ਜਾਏ ਔਰ ਉਹ ਸੁਣਨ ਵੱਲ ਧਿਆਨ ਦੇਵੇ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਔਰ ਦੂਸਰਾ, ਜਦੋਂ ਵੀ ਆਪਾਂ ਜੁਆਇਨ ਕਰਦੇ ਆ ਮੀਟਿੰਗ, ਕੋਸ਼ਿਸ਼ ਕਰਿਆ ਕਰੋ ਆਪਣੇ ਆਪ ਨੂੰ ਮਿਊਟ ਕਰ ਲਿਆ ਕਰੋ। ਇਹਦੇ ਨਾਲ ਡਿਸਟਰਬੈਂਸ ਨਹੀਂ ਹੁੰਦੀ ਔਰ ਸਭ ਦਾ ਅਦਬ ਅਦਾਬ ਬਣਿਆ ਰਹਿੰਦਾ। ਇਹ ਹਰ ਵਾਰੀ ਆਪਾਂ ਅਨਾਉਂਸ ਕਰਦੇ ਹਾਂ, ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਮਿਊਟ ਕਰ ਲਓ, ਕਿਉਂਕਿ ਜਿੰਨੇ ਵੀ ਲੋਕ ਆਨਲਾਈਨ ਹੋਣਗੇ, ਜਿੰਨੀ ਵੀ ਸੰਗਤ ਆਨਲਾਈਨ ਹੋਏਗੀ, ਉਹਨਾਂ ਸਾਰਿਆਂ ਤੱਕ ਤੁਹਾਡੀ ਆਵਾਜ਼ ਪਹੁੰਚਣੀ ਹੈ।
ਸੋ ਅੱਜ ਦਾ ਜਿਹੜਾ ਸਾਡਾ ਸ਼ਬਦ ਹੈ, ਪਹਿਲਾਂ ਅਸੀਂ ਸ਼ਬਦ ਲਵਾਂਗੇ ਜਿਹੜਾ ਅਸੀਂ ਪਿਛਲੀ ਵਾਰੀ ਥੋੜਾ ਜਿਹਾ ਡਿਸਕਸ ਕੀਤਾ ਸੀ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਸ ਸ਼ਬਦ ਦੀ ਰਹਾਉ ਦੀ ਤੁਕ ਹੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਰਹਾਉ। ਜਿਸ ਤਰ੍ਹਾਂ ਅਸੀਂ ਪਿਛਲੀਆਂ ਬੈਠਕਾਂ ਦੇ ਵਿੱਚ ਸਿੱਧ ਕਰਦੇ ਆ ਰਹੇ ਹਾਂ ਕਿ ਰਹਾਉ ਦੀ ਤੁਕ ਜਿਹੜਾ ਹੈ ਉਹ ਸ਼ਬਦ ਦਾ ਸੈਂਟਰਲ ਆਈਡੀਆ ਹੈ, ਉਹ ਸ਼ਬਦ ਦਾ ਰਹੱਸ ਹੈ, ਸ਼ਬਦ ਦਾ ਤੱਤ ਵਸਤੂ ਹੈ, ਜਿਹਨੂੰ ਕਿ ਅਸੀਂ ਲਗਭਗ ਇਗਨੋਰ ਕੀਤਾ ਹੈ। ਔਰ ਇਹ ਰਹਾਉ ਦੀ ਤੁਕ ਸਾਨੂੰ ਬਹੁਤ ਵੱਡਾ ਗਿਆਨ ਦਿੰਦੀ ਹੈ, ਔਰ ਫਿਰ ਬਾਕੀ ਸ਼ਬਦ ਦੀਆਂ ਤੁਕਾਂ ਉਸ ਰਹਾਉ ਨੂੰ ਖੋਲ੍ਹਦੀਆਂ ਨੇ, ਉਸ ਨੂੰ ਐਕਸਪਲੇਨ ਕਰਦੀਆਂ ਨੇ। ਸੋ ਇਹ ਹੈ ਸੰਤੋ ਸਾਗਰ ਪਾਰ ਉਤਰੀਐ। ਟੀਕਿਆਂ ਦੇ ਵਿੱਚ ਇਹਦੇ ਅਰਥ ਨੇ, ਹੇ ਸੰਤ ਜਨੋ, ਸਿਫਤ ਸਲਾਹ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਇਹ ਮੈਂ ਮੇਨ ਲਾਈਨਸ ਦੇ ਅਰਥ ਤਾਂ ਪੜ੍ਹਦਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਕਿੰਨੀ ਡੂੰਘਾਈ ਦੇ ਵਿੱਚ ਅਸੀਂ ਜਾਂਦੇ ਹਾਂ। ਸ਼ਬਦ ਦਾ ਭੇਤ ਇੱਥੇ ਹੀ ਹੈ। ਸੰਤ ਹੋ ਸਾਗਰ ਪਾਰ ਉਤਰੀਐ। ਇਹ ਸੰਤ ਨੂੰ ਥੋੜਾ ਕਿਹਾ, ਜਿਹੜਾ ਸੰਤ ਹੋ ਗਿਆ, ਸੰਤ ਦਾ ਮਤਲਬ ਹੈ ਅਕਾਲ ਪੁਰਖ। ਇਹ ਜਦੋਂ ਆਪਾਂ ਰਹਾਉ ਨੂੰ ਮੁੱਖ ਰੱਖ ਕੇ ਇਹ ਵਿਚਾਰ ਕਰਾਂਗੇ, ਇਹ ਕਦੇ ਵੀ ਸੰਤ ਨੂੰ ਸੰਬੋਧਨ ਨਹੀਂ ਹੈ। ਫਿਰ ਰਹੱਸ ਬਣਦਾ ਹੈ ਕਿ ਜੇਕਰ ਇਹ ਸੰਤ ਨੂੰ ਸੰਬੋਧਨ ਨਹੀਂ ਹੈ, ਫਿਰ ਇਹ ਕਿਸ ਨੂੰ ਸੰਬੋਧਨ ਕੀਤਾ? ਸੰਤ ਕੌਣ ਹੈ? ਕਿਹਨੂੰ ਕਿਹਾ ਐਸ ਸਾਗਰ ਤੋਂ ਪਾਰ ਹੋਣ ਵਾਸਤੇ? ਇਸੇ ਦੇ ਭੇਦ ਨੂੰ ਅੱਜ ਆਪਾਂ ਖੋਲਣ ਦੀ ਕੋਸ਼ਿਸ਼ ਕਰਨੀ ਹੈ। ਪਿਛਲੀ ਦਫਾ ਜਦੋਂ ਅਸੀਂ ਸ਼ਬਦ ਪੜ੍ਹ ਰਹੇ ਸਾਂ, ਕਾਰਨ ਕਰਮ ਕਰਨ ਕਰੀਮ, ਕਿਰਪਾ ਧਾਰ ਰਹੀਮ ਰਹਾਉ, ਉਸ ਸ਼ਬਦ ਦੇ ਵਿੱਚ ਅਸੀਂ ਇਸ ਸ਼ਬਦ ਦੀਆਂ ਪਹਿਲੀਆਂ ਤੁਕਾਂ ਪ੍ਰਮਾਣ ਵਜੋਂ ਲਈਆਂ ਸਨ, ਔਰ ਅੱਜ ਅਸੀਂ ਇਹ ਪੂਰਾ ਸ਼ਬਦ ਸੰਗਤਾਂ ਨਾਲ ਮਿਲ ਕੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਖੋਲ੍ਹਣਾ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ, ਉਹ ਕਿਰਪਾ ਕਰਨ, ਸਾਨੂੰ ਇਹ ਸ਼ਬਦ ਦੇ
ਜਿਹੜੇ ਰਹੱਸ ਨੇ ਉਹ ਪਤਾ ਲੱਗ ਸਕਣ। ਮੈਂ ਸਕਰੀਨ ਸ਼ੇਅਰ ਕਰ ਦਿੱਤੀ ਹੈ ਔਰ ਸਾਰਿਆਂ ਨੂੰ ਤਾਕੀਦ ਹੈ, ਬੇਨਤੀ ਹੈ ਕਿ ਆਪਣੇ ਆਪ ਨੂੰ ਮਿਊਟ ਰੱਖਣਾ ਹੈ ਔਰ ਆਪਣੀ ਵੀਡੀਓ ਵੀ ਤੁਸੀਂ ਹਟਾ ਸਕਦੇ ਹੋ। ਵੀਡੀਓ ਵੀ ਤੁਸੀਂ ਜਿਹੜੀ ਹੈ ਉਹ ਇਸ ਪੋਰਟਲ ਤੋਂ ਹਟਾ ਸਕਦੇ ਹੋ। ਸੰਤ ਹੋ, ਇਸ ਦਾ ਜਿਹੜਾ ਬਾਕੀ ਤੁਕਾਂ ਦੇ ਹਿਸਾਬ ਦੇ ਨਾਲ ਅਰਥ ਬਣਦੇ ਆ, ਉਹ ਹੈ ਸੰਤ ਹੋਵੋ। ਸਾਨੂੰ ਉਪਦੇਸ਼ ਦੇ ਰਹੇ ਨੇ ਸੰਤ ਹੋ। ਹਾਹੇ ਨੂੰ ਔਂਕੜ ਹੈ, ਇਹ ਦੱਸ ਰਹੇ ਹੈ, ਉਪਦੇਸ਼ ਦੇ ਰਿਹਾ ਤੁਸੀਂ ਵੀ ਸੰਤ ਹੋਣ ਦੀ ਕੋਸ਼ਿਸ਼ ਕਰੋ ਤਾਂ ਜੋ ਇਸ ਭਵ ਸਾਗਰ ਤੋਂ ਪਾਰ ਲੰਘਿਆ ਜਾ ਸਕੇ। ਸੰਤ ਦੇ ਮਾਰਗ ਤੇ ਚੱਲੋ, ਸੰਤ ਹੋਵੋ। ਜਿਹੜੇ ਮਾਰਗ ਤੇ ਸੰਤ ਚੱਲੇ ਨੇ ਉਸ ਮਾਰਗ ਤੇ ਤੁਸੀਂ ਵੀ ਚੱਲੋ। ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ। ਹੁਣ ਇੱਥੇ ਹੈ ਸੰਤ। ਸੰਤ ਜਨਾਂ ਦੇ ਉਪਦੇਸ਼ ਨੂੰ, ਬਚਨ ਨੂੰ, ਨਾਮ ਨੂੰ, ਸ਼ਬਦ ਨੂੰ ਜਿਹੜਾ ਕਮਾਉਂਦਾ ਉਹ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦੀ, ਨਾਸਕੀ ਉਚਾਰਨ ਹੋਏਗਾ, ਸੋ ਗੁਰ ਪ੍ਰਸਾਦੀ ਤਰੀ ਹੈ। ਉਹ ਗੁਰੂ ਦੀ ਕਿਰਪਾ ਦੇ ਨਾਲ ਤਰਦਾ ਹੈ। ਅਸੀਂ ਬਚਨ ਕਮਾ ਰਹੇ ਹਾਂ, ਇਹਦਾ ਮਤਲਬ ਹੈ ਅਸੀਂ ਸੰਤ ਦੇ ਮਾਰਗ ਤੇ ਚੱਲ ਰਹੇ ਹਾਂ। ਸੋ ਇਹ ਸੰਤ ਨੂੰ ਸੰਬੋਧਨ ਨਹੀਂ ਹੈ। ਸੰਤ ਜਿਹੜਾ ਅੱਖਰ ਵਰਤਿਆ ਗਿਆ ਹੈ ਉਹ ਅਕਾਲ ਪੁਰਖ ਵਾਸਤੇ ਵਰਤਿਆ ਗਿਆ ਜਾਂ ਗੁਰੂ ਸਾਹਿਬਾਨ ਵਾਸਤੇ ਵਰਤਿਆ ਗਿਆ। ਸੋ ਉਹਨਾਂ ਨੂੰ ਕੌਣ ਉਪਦੇਸ਼ ਦੇਗਾ? ਕੋਈ ਵੀ ਨਹੀਂ। ਉਹਨਾਂ ਦਾ ਉਪਦੇਸ਼ ਅਸੀਂ ਲੈਣਾ ਹੈ। ਇਸ ਕਰਕੇ ਲਿਖਿਆ ਸੰਤ ਹੋ, ਹਾਹੇ ਨੂੰ ਔਂਕੜ। ਸੰਤ ਹੋਵੋ, ਸੰਤ ਦੇ ਮਾਰਗ ਤੇ ਚੱਲੋ ਤਾਂ ਜੋ ਐਸ ਸਾਗਰ ਤੋਂ ਪਾਰ ਉਤਰਿਆ ਜਾ ਸਕੇ। ਦੇਖੋ, ਮੈਂ ਤਾਕੀਦ ਕਰਦਾ ਕਿ ਆਪਣੇ ਆਪ ਨੂੰ ਮਿਊਟ ਰੱਖੋ ਪਲੀਜ਼। ਇਹ ਡਿਸਟਰਬੈਂਸ ਜਿਹੜੀ ਹੈ, ਪਤਾ ਨਹੀਂ ਕਿਹੜੀ ਗੱਲ ਵਾਹਿਗੁਰੂ ਨੇ ਬਖਸ਼ਿਸ਼ ਕਰਨੀ ਹੁੰਦੀ ਹੈ, ਉਹ ਵਿੱਚ ਹੀ ਰਹਿ ਜਾਂਦੀ ਹੈ। ਆਪਾਂ ਸਾਰੇ ਹੀ ਸਿਆਣੇ ਆ। ਸੂਝ-ਬੂਝ ਦੇ ਨਾਲ ਬਿਲਕੁਲ ਆਪਣੇ ਆਪ ਨੂੰ ਮਿਊਟ ਰੱਖੋ ਔਰ ਆਪਣੀ ਵੀਡੀਓ ਵੀ ਬੰਦ ਰੱਖੋ ਪਲੀਜ਼। ਸੋ ਇਹ ਹੈ ਰਹਾਉ ਦੀ ਤੁਕ। ਜੇਕਰ ਅਸੀਂ ਬਚਨ ਕਮਾ ਰਹੇ ਹਾਂ ਤੇ ਅਸੀਂ ਸੰਤ ਦੇ ਮਾਰਗ ਤੇ ਚੱਲ ਰਹੇ ਹਾਂ। ਜੇਕਰ ਅਸੀਂ ਨਾਮ ਸਿਮਰਨ ਕਰ ਰਹੇ ਹਾਂ ਤੇ ਅਸੀਂ ਸੰਤ ਦੇ ਮਾਰਗ ਤੇ ਚੱਲ ਰਹੇ ਹਾਂ। ਇਸੇ ਕਰਕੇ ਲਿਖਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਦੇਖਣ ਨੂੰ ਬੜਾ ਸੋਹਣਾ ਲਿਬਾਸ ਹੈ ਸਾਰਿਆਂ ਦਾ, ਬੜਾ ਸੋਹਣਾ ਸਰੂਪ ਹੈ, ਬੜੇ ਧਰਮੀ ਲੱਗਦੇ ਨੇ, ਪਰ ਇੱਥੇ ਕਿਹਾ ਕਿ ਕੋ ਵਡਭਾਗੀ ਪਾਏ। ਇਹ ਜਿਹੜਾ ਮਾਰਗ ਹੈ ਇਹ ਕਿਸੇ ਵੱਡੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ। ਕਹਿੰਦੇ ਜਿਹਦੇ ਹਿੱਸੇ ਆ ਗਿਆ ਇਹ ਮਾਰਗ, ਜਿਹੜਾ ਇਸ ਮਾਰਗ ਤੇ ਚੱਲਣ ਜੋਗਾ ਹੋ ਗਿਆ, ਕੋਟ ਜਨਮ ਕੇ ਕਿਲ ਵੇਖ ਨਾਸੇ, ਹਰ ਚਰਣੀ ਚਿਤ ਲਾਏ। ਉਹਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲ ਵਿਖ ਨੇ, ਪਾਪ ਨੇ, ਜਿਹੜੇ ਮਾੜੇ ਕਰਮ ਨੇ, ਉਹਨਾਂ ਦਾ ਨਾਸ ਹੋ ਜਾਣਾ ਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਹਦਾ ਚਿੱਤ ਜੁੜ ਜਾਣਾ। ਮਨ ਦੇ ਵਿਚਾਰ ਖੜੇ ਹੋ ਜਾਣੇ ਆ। ਇਹ ਨਹੀਂ ਹੈ ਵੀ ਮਨ 'ਚ ਵਿਚਾਰ ਆਉਣੇ ਨਹੀਂ ਹੈ, ਵਿਚਾਰ ਆਉਣੇ ਨੇ, ਭੈੜੇ ਵਿਚਾਰ ਵੀ ਆਉਣੇ ਨੇ,
ਚੰਗਿਆਂ ਨਾਲ ਅਸੀਂ ਸਾਂਝ ਪਾਉਣੀ ਹੈ, ਚੰਗਿਆਂ ਨੂੰ ਅਸੀਂ ਅਡਾਪਟ ਕਰਨਾ ਹੈ। ਜੇਕਰ ਭੈੜੇ ਵਿਚਾਰ ਵੀ ਆ ਰਹੇ ਆ ਤਾਂ ਨਾਮ ਸਿਮਰਨ ਕਰਨ ਤੋਂ ਨਹੀਂ ਹਟਣਾ, ਨਾਮ ਅਭਿਆਸ ਕਰਨ ਤੋਂ ਨਹੀਂ ਹਟਣਾ। ਹੌਲੀ ਹੌਲੀ ਇਸੇ ਸਿਮਰਨ ਨੇ, ਇਸੇ ਅਭਿਆਸ ਨੇ ਸਾਨੂੰ ਪਰਮਾਤਮਾ ਦੇ ਨੇੜੇ ਕਰ ਦੇਣਾ ਹੈ। ਉਸ ਦੇ ਅੱਗੇ ਫਿਰ ਜਿਹੜਾ ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿੱਤ ਲਾਏ, ਇਸੇ ਸ਼ਬਦ ਦੇ ਵਿੱਚ ਅਸੀਂ ਇਹ ਤੁਕਾਂ ਵਿਚਾਰਨੀਆਂ ਨੇ। ਉਸ ਸ਼ਬਦ ਦਾ ਰਹਾਉ ਕਹਿੰਦਾ, ਸੰਤ ਹੋ ਰਾਮ ਨਾਮ ਨਿਸਤਰੀ ਹੈ। ਤੁਸੀਂ ਵੀ ਸੰਤ ਹੋਵੋ, ਕਿਉਂਕਿ ਸੰਤਾਂ ਨੇ ਰਾਮ ਨਾਮ ਦਾ ਭਜਨ ਕੀਤਾ। ਸੰਤ ਵੀ ਇਸ ਮਾਰਗ ਤੇ ਚੱਲੇ ਨੇ, ਸੋ ਤੁਹਾਡਾ ਵੀ ਜਿਹੜਾ ਨਿਸਤਾਰਾ ਹੈ ਇਸੇ ਮਾਰਗ ਤੇ ਚੱਲ ਕੇ ਹੋਣਾ। ਉਹ ਮਾਰਗ ਕੀ ਹੈ? ਇਹ ਆਪਾਂ ਸਿਰਫ ਰਹਾਉ ਦੀ ਤੁਕ ਨੂੰ ਪੱਕਾ ਕਰ ਰਹੇ ਹਾਂ ਪ੍ਰਮਾਣ ਲੈ ਕੇ। ਸੋਠ ਮਹੱਲਾ ਪੰਜਵਾਂ ਸ਼ਬਦ ਹੈ, ਸੰਤ ਹੋ ਰਾਮ ਨਾਮ ਨਿਸਤਰੀ ਹੈ। ਊਠਤ ਬੈਠਤ ਹਰ ਹਰ ਧਿਆਈਐ, ਅੰਨ ਦਿਨ ਸੋ ਕ੍ਰਿਤ ਕਰੀਐ। ਕਹਿੰਦੇ ਉਠੰਦਿਆਂ ਬਠੰਦਿਆਂ ਹਰ ਵੇਲੇ ਉਸ ਅਕਾਲ ਪੁਰਖ ਦਾ ਨਾਮ ਅਭਿਆਸ ਕਰੋ। ਆਪਣੀ ਕਿਰਤ ਕਰਦੇ, ਕੋਈ ਕੰਮਕਾਰ ਕਰਦੇ, ਡਰਾਈਵ ਕਰਦੇ, ਕਿਚਨ 'ਚ ਸੇਵਾ ਕਰਦੇ, ਇਹ ਰਸਨਾ ਦੇ ਉੱਤੇ ਨਾਮ ਰਹਿਣਾ ਚਾਹੀਦਾ ਹੈ। ਅੰਨ ਦਿਨ ਸੋ ਕ੍ਰਿਤ ਕਰੀਐ। ਸੋ ਕ੍ਰਿਤ ਨੇਕ ਕਰਮ, ਇਹਦਾ ਅੱਖਰੀ ਅਰਥ ਹੈ ਨੇਕ ਕਰਮ। ਲੇਕਿਨ ਜੇ ਡੂੰਘਾਈ 'ਚ ਚਲੇ ਜਾਈਏ, ਉਸ ਅਕਾਲ ਪੁਰਖ ਦੀ ਕਿਰਤ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ। ਸੋ ਸੋ ਅਕਾਲ ਪੁਰਖ ਸੋਈ ਜਾਣੇ, ਸੋਈ ਕਰਤਾ। ਉਸ ਦੇ ਨਾਮ ਜਪਣ ਵਾਲਾ ਕੰਮ ਸੋ ਕ੍ਰਿਤ ਕਰੀਐ। ਉਠਤ ਬੈਠਤ ਹਰ ਹਰ ਧਿਆਈਐ, ਅੰਨ ਦਿਨ। ਇਹ ਅਕਾਲ ਪੁਰਖ ਦੀ ਜਿਹੜੀ ਕਿਰਤ ਹੈ, ਜਿਹੜਾ ਸਾਨੂੰ ਹੁਕਮ ਕੀਤਾ ਵੀ ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ। ਇਸੇ ਰਾਹ ਤੇ ਚੱਲਿਆਂ ਸਾਡੀ ਇੱਜ਼ਤ ਹੋਣੀ ਹੈ, ਇਸ ਰਾਹੇ ਪਤ। ਇਸੇ ਰਾਹ ਤੇ ਚੱਲਿਆਂ ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਪਵੜੀਆਂ ਚੜੀਐ, ਸਾਡੀ ਅਵਸਥਾ ਵੱਧਦੀ ਜਾਣੀ ਹੈ। ਤੇ ਸਮਾਂ ਆਏਗਾ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਹੋਏ 21, ਅਸੀਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਵਾਂਗੇ। ਰਾਮ ਕਬੀਰਾ ਏਕ ਭਏ ਹੈ, ਕੋਈ ਨ ਸਕੈ ਪਛਾਨੀ। ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਕਬੀਰ ਸਾਹਿਬ ਬਖਸ਼ਿਸ਼ ਕਰਦੇ, ਆਪ ਆਪਣੇ ਬਾਰੇ ਦੱਸਦੇ ਹੈ ਕਿ ਮੈਂ ਹੁਣ ਉੱਚੇ ਆਤਮਿਕ ਟਿਕਾਣੇ ਤੇ ਅੱਪੜ ਗਿਆ, ਜਿੱਥੇ ਪਰਮਾਤਮਾ ਮੈਨੂੰ ਮਿਲਿਆ ਹੈ। ਮੈਂ ਪਰਮਾਤਮਾ ਦੇ ਦਰਸ਼ਨ ਕਰ ਰਿਹਾ ਹਾਂ। ਤੇ ਹੋਇਆ ਕੀ ਹੈ? ਰਾਮ ਕਬੀਰਾ ਏਕ ਭਏ ਹੈ। ਭਗਤ ਕਬੀਰ ਉਸ ਅਕਾਲ ਪੁਰਖ ਦੇ ਵਿੱਚ ਸਮਾ ਗਏ ਨੇ, ਇੱਕ ਹੋ ਗਏ ਨੇ। ਕੋਈ ਨਾ ਸਕੈ ਪਛਾਨੀ। ਉਹ ਕਈ ਵਾਰੀ ਮੈਨੂੰ ਸਵਾਲ ਕਰਦੇ ਨੇ ਸੰਗਤ ਚੋਂ ਕਿ ਜੀ ਜਿਹੜੇ ਬੜੇ ਪਹੁੰਚੇ ਹੁੰਦੇ ਆ, ਜਿਹੜੇ ਬੜੇ ਅਕਾਲ ਪੁਰਖ ਨਾਲ ਇੱਕ ਮਿੱਕ ਹੋਏ ਹੁੰਦੇ ਆ, ਉਹਨਾਂ ਦੀ ਪਛਾਣ ਕੀ ਹੈ? ਆਹ ਜਵਾਬ ਹੈ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਉਹ ਕਿਤੇ ਸਿੰਘਾਸਣ ਲਾ ਕੇ
ਕੋਈ ਵੱਖਰੇ ਵਸਤਰ ਨਹੀਂ ਪਾ ਲੈਂਦੇ, ਸੰਤ ਨਹੀਂ ਬਣ ਜਾਂਦੇ ਜਾਂ ਬਹੁਤ ਵੱਡੇ ਪ੍ਰਚਾਰਕ ਨਹੀਂ ਬਣ ਜਾਂਦੇ। ਉਹ ਬਿਲਕੁਲ ਇੱਕ ਆਮ ਸੰਗਤ ਦੀ ਤਰ੍ਹਾਂ, ਆਮ ਲੋਕਾਂ ਦੀ ਤਰ੍ਹਾਂ ਵਿਚਰਦੇ ਨੇ ਦੁਨੀਆ ਦੇ ਵਿੱਚ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿੱਦਾਂ ਆਪਾਂ ਸਵਾਲ ਕਰੀਏ ਕਿ ਜਿਹੜੇ ਬੜੇ ਪਹੁੰਚੇ ਹੁੰਦੇ ਆ ਜੀ, ਉਹਨਾਂ ਦੀ ਕੀ ਪਛਾਣ ਹੈ। ਇਸ ਗੱਲ ਦਾ ਜਵਾਬ ਉਸੇ ਤਰ੍ਹਾਂ ਹੀ ਮਿਲੇਗਾ ਇੱਕ ਸਵਾਲ ਦੇ ਨਾਲ ਵੀ ਜੇ ਇੱਟ ਕੰਧ ਦੇ ਵਿੱਚ ਲੱਗ ਜਾਏ ਤੇ ਇੱਟ ਨੂੰ ਕੀ ਹੋ ਜਾਂਦਾ। ਬੜੀ ਲੇਮੈਨ ਲੈਂਗੁਏਜ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਇਹ ਗੱਲ ਨੂੰ ਆਪਾਂ ਬੜੇ ਈਜ਼ੀ ਤਰੀਕੇ ਦੇ ਨਾਲ ਸਮਝ ਸਕੀਏ। ਜੇਕਰ ਇੱਟ ਨੂੰ ਕੰਧ 'ਚ ਲਾ ਦਈਏ ਤੇ ਇੱਟ ਨੂੰ ਕੀ ਹੋ ਜਾਂਦਾ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਆਓ ਇਹਨਾਂ ਚੀਜ਼ਾਂ ਨੂੰ ਹੋਰ ਘੋਖੀਏ, ਡਿਫਾਈਨ ਕਰੀਏ ਕਿ ਸੰਤ ਹੋਣਾ ਕੀ ਹੈ, ਸੰਤ ਦੇ ਰਾਸਤੇ ਤੇ ਚੱਲਣਾ ਕੀ ਹੈ, ਕਿਸ ਤਰ੍ਹਾਂ ਅਸੀਂ ਭਵ ਸਾਗਰ ਪਾਰ ਉਤਰਾਂਗੇ, ਕਿਸ ਤਰ੍ਹਾਂ ਅਸੀਂ ਉਸ ਬਚਨ ਨੂੰ ਕਮਾਵਾਂਗੇ ਜਿਹੜਾ ਸੰਤਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਕਿਸ ਤਰ੍ਹਾਂ ਅਸੀਂ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਾਂਗੇ ਤਾਂ ਜੋ ਅਸੀਂ ਇਸ ਭਵ ਸਾਗਰ ਤੋਂ ਪਾਰ ਉਤਰ ਸਕੀਏ। ਸਕਰੀਨ ਤੇ ਸਾਰਿਆਂ ਨੂੰ ਸ਼ਬਦ ਦੇ ਦਰਸ਼ਨ ਹੋ ਰਹੇ ਨੇ। ਮੈਂ ਸਕਰੀਨ ਸ਼ੇਅਰ ਕਰ ਦਿੱਤੀ ਹੈ। ਗੁਰਬਾਣੀ ਸਕਰੀਨ ਦੇ ਉੱਤੇ ਹੈ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦੀਸੈ। ਇਹ ਪਿਛਲੀ ਵਾਰੀ ਅਸੀਂ ਨਖੇੜ ਆਏ ਸੀ ਇਹ ਤੁਕ। ਇਹਦੇ ਜਿਹੜੇ ਅਰਥ ਸਾਨੂੰ ਸਕਰੀਨ ਦੇ ਉੱਤੇ ਮਿਲ ਰਹੇ ਨੇ, ਟੀਕੇ ਦੇ ਵਿੱਚ ਮਿਲ ਰਹੇ ਨੇ, ਉਹ ਦੱਸਦੇ ਆ, ਹੇ ਭਾਈ, ਤੀਰਥ ਇਸ਼ਨਾਨ ਆਦਿਕ ਮਿੱਥੇ ਹੋਏ ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ। ਇਹ ਕੰਮ ਜਿਤਨੇ ਵੀ ਲੋਕ ਕਰਦੇ ਦਿਸਦੇ ਹਨ, ਉਹਨਾਂ ਨੂੰ ਮਸੂਲੀਆ ਜੰਮ ਲੁੱਟ ਲੈਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ। ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਵੀ ਕੰਮ ਨਜ਼ਰ ਆ ਰਿਹਾ ਹੈ, ਉਸ ਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਪਖੰਡ ਹੈ। ਧਰਮ ਦੀ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਰੱਬ ਦੇ ਨੇੜੇ ਹੋਣ ਵਾਲਾ ਕੰਮ ਹੈ, ਉਹ ਜੇ ਦਿਸ ਰਿਹਾ ਹੈ ਤੇ ਉਹ ਪਖੰਡ ਹੈ। ਤਿੰਨ ਜਮ ਜਾਗਾਤੀ ਲੂਟੈ। ਜਗਾਤੀ ਕਹਿੰਦੇ ਆ ਟੈਕਸ ਨੂੰ। ਕਰ, ਟੈਕਸ ਦਾ ਜਿਹੜਾ ਅੱਖਰੀ ਅਰਥ ਹੈ ਪੰਜਾਬੀ ਦੇ ਵਿੱਚ, ਉਹ ਹੈ ਕਰ। ਕਰ ਵਸੂਲਣਾ, ਟੈਕਸ ਵਸੂਲਣਾ। ਉਹ ਕਹਿੰਦੇ ਜਮ ਨੇ ਇੱਥੇ ਹੀ ਤੇਰਾ ਸਾਰਾ ਰੱਖ ਲੈਣਾ। ਜਿੰਨਾ ਵੀ ਤੂੰ ਇਹ ਸੋਚ ਕੇ ਕੀਤਾ ਹੋਏਗਾ ਕਿ ਇਹ ਧਰਮ ਦੀ ਸੇਵਾ ਹੈ ਜਾਂ ਇਹ ਧਰਮ ਦਾ ਰਾਸਤਾ ਹੈ, ਜਿੰਨੇ ਵੀ ਕਰਮ ਧਰਮ ਤੋਂ ਦਿਸਣ ਵਾਲੇ ਨਿਭਾਏ ਹੋਣਗੇ ਜਾਂ ਸੇਵਾ ਕਰਕੇ ਮਨ ਨੂੰ ਸਮਝਾਇਆ ਹੋਏਗਾ ਕਿ ਮੈਂ ਬਹੁਤ ਸੇਵਾ ਕੀਤੀ ਹੈ, ਉਹ ਕਹਿੰਦੇ ਜਮ ਨੇ ਸਾਰਾ ਕੁਝ ਤੇਰਾ ਇੱਥੇ ਹੀ ਲੁੱਟ ਲੈਣਾ, ਇੱਥੇ ਹੀ ਵਸੂਲ ਲੈਣਾ। ਇਹ ਅਸੀਂ ਸੇਵਾ ਦੇ ਉੱਤੇ ਪਿਛਲੀਆਂ ਬੈਠਕਾਂ ਦੇ ਵਿੱਚ ਬਹੁਤ ਐਕਸਪਲੇਨ ਕਰ ਆਏ ਹਾਂ। ਜੇਕਰ ਕਿਸੇ ਦਾ ਸਵਾਲ ਹੋਏਗਾ ਤੇ ਉਹ ਆਪਾਂ ਅਗਲੀ ਵਾਰੀ ਫਿਰ ਕਲੀਅਰ ਕਰਾਂਗੇ। ਜਿਹੜੇ ਸੱਜਣ ਨਵੇਂ ਜੁੜੇ ਨੇ ਉਹਨਾਂ ਨੂੰ ਸ਼ਾਇਦ ਥੋੜਾ ਔਕਵਰਡ ਲੱਗੇ, ਲੇਕਿਨ ਜੇ ਕੋਈ ਉਹਨਾਂ ਦਾ ਸਵਾਲ ਹੋਏਗਾ ਤੇ ਆਪਾਂ ਉਹ ਜ਼ਰੂਰ ਕਲੀਅਰ ਕਰਾਂਗੇ। ਕਰਮ ਧਰਮ ਪਾਖੰਡ ਜੋ ਦਿਸੈ। ਤਿੰਨ ਜਮ ਜਾਗਾਤੀ ਲੂਟੈ। ਫਿਰ ਕਹਿੰਦੇ ਕਰਨਾ ਕੀ ਹੈ। ਅਸੀਂ ਤੇ ਧਰਮ ਦੇ ਖੇਤਰ ਵਿੱਚ ਸਾਰਾ ਕੁਝ ਸਮਝ ਰਹੇ ਹਾਂ ਕਿ ਜੋੜੇ ਝਾੜਨਾ, ਤੱਪੜ ਝਾੜਨੇ,
ਲੰਗਰ 'ਚ ਸੇਵਾ ਕਰਨੀ, ਲੰਗਰ ਪਕਾਉਣ ਦੀ ਸੇਵਾ ਕਰਨੀ, ਇਹ ਸਾਰੇ ਬੜੇ ਅੱਛੇ ਕਾਰਜ ਨੇ, ਬੜੇ ਉੱਚੇ ਸੁੱਚੇ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਇਹ ਸੇਵਾ ਦੇ ਕਾਰਜ ਨੇ। ਲੇਕਿਨ ਇਹ ਸੇਵਾ ਸੰਗਤਾਂ ਦੀ ਸੇਵਾ ਹੈ। ਇਸ ਸੇਵਾ ਨੂੰ ਅਕਾਲ ਪੁਰਖ ਦੀ ਸੇਵਾ ਗੁਰਮਤਿ ਦੇ ਵਿੱਚ ਨਹੀਂ ਮੰਨਿਆ ਗਿਆ। ਗੁਰਮਤਿ ਦੇ ਵਿੱਚ ਜਿਹੜੀ ਸੇਵਾ ਹੈ ਉਹ ਹੈ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਗੁਰਮਤਿ ਦੇ ਵਿੱਚ ਕੇਵਲ ਤੇ ਕੇਵਲ ਨਾਮ ਜਪਣਾ ਹੀ ਅਕਾਲ ਪੁਰਖ ਦੀ ਸੇਵਾ ਹੈ, ਕਿਉਂਕਿ ਇਹ ਨਾਮ ਜਪ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬੈਂਕ ਵਿੱਚ ਸਾਡਾ ਖਜ਼ਾਨਾ ਜਮ੍ਹਾਂ ਹੋ ਰਿਹਾ ਹੈ, ਲੇਕਿਨ ਸਾਨੂੰ ਨਜ਼ਰ ਨਹੀਂ ਆ ਰਿਹਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪਰਮਾਤਮਾ ਸਾਨੂੰ ਨਜ਼ਰ ਨਹੀਂ ਆ ਰਿਹਾ, ਇਉਂ ਹੀ ਪਰਮਾਤਮਾ ਦੀ ਹੋਣ ਵਾਲੀ ਸੇਵਾ ਵੀ ਸਾਨੂੰ ਨਜ਼ਰ ਨਹੀਂ ਆਏਗੀ। ਲੇਕਿਨ ਇਸ ਸੇਵਾ ਦਾ ਜਿਹੜਾ ਫਲ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਦੁਨਿਆਵੀ ਵਸਤਾਂ ਜਿਨ੍ਹਾਂ ਦੇ ਪਿੱਛੇ ਅਸੀਂ ਦੌੜਦੇ ਹਾਂ, ਜਿਨ੍ਹਾਂ ਦੇ ਪਿੱਛੇ ਅਸੀਂ ਜਾ ਕੇ ਗੁਰਦੁਆਰਾ ਸਾਹਿਬ 'ਚ ਪੈਸੇ ਦੇ ਕੇ ਅਰਦਾਸਾਂ ਕਰਾਉਂਦੇ ਹਾਂ, ਉਹ ਵਸਤਾਂ ਕਹਿੰਦੇ ਸਾਰੀਆਂ ਤੇਰੇ ਪਿੱਛੇ ਪਿੱਛੇ ਆ ਜਾਣੀਆਂ ਨੇ। ਇਹ ਇੰਨਾ ਉੱਤਮ ਹੈ ਨਾਮ, ਇੰਨਾ ਪਾਕ ਪਵਿੱਤਰ ਉੱਚਾ ਸੁੱਚਾ ਹੈ ਨਾਮ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸੋ ਜੋ ਵੀ ਦਿਸਣ ਵਾਲਾ ਕੰਮ ਹੈ ਉਹ ਠੀਕ ਹੈ। ਗੁਰਦੁਆਰਾ ਸਾਹਿਬਾਨ ਦੇ ਵਿੱਚ ਸੇਵਾ ਆਪਾਂ ਕਰਦੇ ਹਾਂ, ਉਹ ਸੁਸਾਇਟੀ ਵਾਸਤੇ ਹੈ, ਉਹ ਸਾਡੀਆਂ ਸੰਗਤਾਂ ਵਾਸਤੇ ਹੈ, ਉਹ ਸੰਗਤਾਂ ਤੱਕ ਸੀਮਤ ਹੈ। ਅੱਛੇ ਕਾਰਜ ਨੇ, ਨਿਮਰਤਾ ਦੇ ਸਾਧਨ ਨੇ, ਜ਼ਰੂਰ ਕਰਨੇ ਚਾਹੀਦੇ ਹੈ। ਲੇਕਿਨ ਇਹ ਤੇ ਕਹਿੰਦੇ ਜਮ ਜਾਗਾਤੀ ਲੂਟੈ, ਜਮ ਨੇ ਟੈਕਸ ਦੇ ਤੌਰ ਤੇ ਸਾਰਾ ਕੁਝ ਇੱਥੇ ਹੀ ਰੱਖ ਲੈਣਾ, ਫਿਰ ਅਗਾਂਹ ਸਾਡੇ ਨਾਲ ਜਾਣਾ ਕੀ ਹੈ? ਕਹਿੰਦੇ ਨਿਰਵਾਣ ਕੀਰਤਨ, ਨੰਨੇ ਨੂੰ ਔਂਕੜ ਹੈ ਕੀਰਤਨ। ਇਹ ਸਾਜ਼ਾਂ ਦੇ ਨਾਲ ਗਾਉਣ ਵਾਲਾ ਕੀਰਤਨ ਨਹੀਂ ਹੈ। ਹੁਣੇ ਆਪਾਂ ਇਸ ਚੀਜ਼ ਨੂੰ ਨਿਖੇੜਦੇ ਹਾਂ, ਇਹ ਕਿਹੜਾ ਕੀਰਤਨ ਹੈ? ਨਿਰਵਾਣ ਕੀਰਤਨ ਗਾਵਹੋ, ਹਾਹੇ ਨੂੰ ਔਂਕੜ ਆ ਗਿਆ, ਬਿਲਕੁਲ ਆਪਾਂ ਸੰਤ ਹੋ ਦੇ ਨਾਲ ਮੈਚ ਕਰਾਂਗੇ ਇਹਨੂੰ। ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਹਿੰਦੇ ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਇਸ ਤਰ੍ਹਾਂ ਦਾ ਕੀਰਤਨ ਕਰਨਾ ਹੈ ਜਿਹੜਾ ਸਾਡਾ ਇੱਥੇ ਵੀ ਭਲੀ ਭੂਤ ਸਾਨੂੰ ਫਾਇਦਾ ਦੇਵੇ, ਸਾਡੇ ਅੰਗ ਸੰਗ ਸਹਾਈ ਹੋਵੇ ਔਰ ਸਾਡੇ ਜੀਵਨ 'ਚ ਤਬਦੀਲੀ ਆਵੇ। ਇਸ ਤਰ੍ਹਾਂ ਦਾ ਕੀਰਤਨ ਕਰਨਾ। ਸੰਗਤਾਂ ਨੂੰ ਯਾਦ ਹੋਣਾ ਕਿ ਆਪਾਂ ਸ਼ਬਦ ਦੀ ਵਿਚਾਰ ਕੀਤੀ ਸੀ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਂ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਇਸ ਸ਼ਬਦ ਦੀਆਂ ਅਖੀਰਲੀਆਂ ਜਿਹੜੀਆਂ ਲਾਈਨਾਂ ਸਨ, ਤੁਕਾਂ ਸਨ, ਉਹ ਸਨ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਾਧ ਸੰਗਤ ਅਸੀਂ ਨਿਖੇੜ ਕੇ ਆਏ ਹਾਂ। ਨਾਮ ਜਪਣ ਦੇ ਨਾਲ ਹੀ ਸਾਧ ਸੰਗਤ ਹੁੰਦੀ ਹੈ। ਜਿਹੜੀ ਬਾਹਰ ਹੈ ਉਹ ਹੈ ਸੰਗਤ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਸੰਗਤ ਕਰਨ ਵਾਸਤੇ ਜਾਂਦੇ ਹਾਂ, ਜਿੱਥੇ ਅਸੀਂ ਬੈਠ ਕੇ ਗੁਰਬਾਣੀ ਸੁਣੀਦੀ ਹੈ। ਪਰ ਜਿਹੜੀ ਸਾਧ ਸੰਗਤ ਹੈ ਇਹ ਹੈ ਅੰਦਰ। ਜਦੋਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਧੂ ਕੀ ਮਨ ਓਟ ਗਹੋ, ਉਕਤ ਸਿਆਣਪ ਤਿਆਗ। ਜਦੋਂ ਸਾਰੀਆਂ ਸਿਆਣਪਾਂ ਤਿਆਗ ਕੇ ਅਸੀਂ ਆਪਣੇ ਐਸ ਘਰ ਦੇ ਅੰਦਰ, ਐਸ ਸਰੀਰ ਦੇ ਅੰਦਰ ਸਾਧੂ ਦੀ ਓਟ ਪਕੜ ਲਾਂਗੇ,
ਗੁਰ ਦੀਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ। ਇਹਨੂੰ ਕਿਹਾ ਹੈ ਸਾਧ ਦੀ ਸੰਗਤ। ਜਦੋਂ ਅੰਦਰ ਪ੍ਰਗਟ ਹੋਏਗਾ ਸਾਡੇ ਸਾਧ, ਉਹ ਸਾਡੀ ਸਾਧ ਸੰਗਤ ਹੋਏਗੀ। ਤੇ ਇਹ ਕੇਵਲ ਤੇ ਕੇਵਲ ਹਰ ਦੀ ਕੀਰਤੀ ਦੇ ਨਾਲ ਸੰਭਵ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਤੇਰੋ ਸੇਵਕ ਇਹ ਰੰਗ ਮਾਤਾ। ਕਹਿੰਦੇ ਹੁਣ ਜਿਹੜਾ ਤੇਰਾ ਸੇਵਕ ਹੈ ਉਹਨੂੰ ਪਤਾ ਲੱਗ ਗਿਆ ਕਿ ਕੋਈ ਵੀ ਕਰਮ ਕਾਂਡ ਮੇਰੇ ਨਾਲ ਨਹੀਂ ਜਾਣਾ, ਮੇਰੇ ਕੰਮ ਨਹੀਂ ਆਉਣਾ। ਐ ਸ਼ਬਦ ਦੇ ਵਿੱਚ ਪਾਠ ਦੇ ਉੱਤੇ, ਤੀਰਥਾਂ ਦੇ ਉੱਤੇ ਮੌਨ ਰਹਿਓ, ਫਿਰ ਸਿਰ ਕਰਵਤ ਧਰਾਏ, ਕਈਆਂ ਗੱਲਾਂ ਦਾ, ਕਈ ਕਰਮ ਕਾਂਡਾਂ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਨੇ ਕੀਤਾ। ਪਰ ਆਖਰੀ ਤੁਕ ਤੋਂ ਬਾਅਦ ਦੂਜਾ ਰਹਾਓ ਬਖਸ਼ਿਸ਼ ਕਰਦੇ ਆ, ਕਹਿੰਦੇ ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਕਹਿੰਦੇ ਅਕਾਲ ਪੁਰਖ ਨੇ ਐਸੀ ਬਖਸ਼ਿਸ਼ ਕੀਤੀ ਹੈ ਮੇਰੇ ਅੰਦਰ, ਉਸ ਰੰਗ ਦੇ ਵਿੱਚ, ਕਿ ਮੇਰੇ ਅੰਦਰ ਹੁਣ ਹਰ ਹਰ ਕੀਰਤਨ, ਰੈਪੀਟੀਸ਼ਨ ਆਫ ਕੀਰਤਮ ਨਾਮ, ਹਰ ਹਰ, ਕਿ ਨਾਮ ਦਾ ਜਿਹੜਾ ਕੀਰਤਨ ਹੈ, ਨਾਮ ਦੀ ਜਿਹੜੀ ਲਗਾਤਾਰ ਧਵਨੀ ਮੈਂ ਮਹਿਸੂਸ ਕਰ ਰਿਹਾ, ਜਪ ਰਿਹਾ, ਸੁਣ ਰਿਹਾ, ਮੇਰੇ ਹਿਰਦੇ ਦੇ ਵਿੱਚ ਵੀ ਉਹ ਧਵਨੀ ਵੱਜ ਰਹੀ ਹੈ, ਧੁਨੀ ਵੱਜ ਰਹੀ ਹੈ। ਕਹਿੰਦੇ ਉਸ ਕੀਰਤਨ ਦੇ ਵਿੱਚ ਮੇਰਾ ਮਨ ਹੁਣ ਰਤਿਆ ਗਿਆ। ਸੋ ਇਹ ਹੈ ਨਿਰਵਾਣ ਕੀਰਤਨ। ਇਹ ਹੈ ਨਾਮ ਜਪਣਾ, ਸਾਧੂ ਦਾ ਬਚਨ ਕਮਾਉਣਾ, ਕੀਰਤਨ। ਗਾਵਹੋ ਨਿਰਵਾਣ ਕੀ, ਅਸੀਂ ਕੀਰਤਨ ਲਫ਼ਜ਼ ਫੜ ਲਿਆ ਲੇਕਿਨ ਨਿਰਵਾਣ ਛੱਡ ਦਿੱਤਾ। ਨਿਰਵਾਣ ਇਹ ਕਹਿੰਦੇ ਵਾਸਨਾ ਰਹਿਤ ਹੋ ਕੇ, ਵਾਸਨਾ ਰਹਿਤ, ਠੀਕ ਹੈ ਉਹਨਾਂ ਨੇ ਅਖਰੀ ਅਰਥ ਕੀਤੇ ਹੈ, ਲੇਕਿਨ ਵਾਸਨਾ ਰਹਿਤ ਕਿੱਦਾਂ ਹੋਵਾਂਗੇ ਅਸੀਂ ਕਾਮ ਸਭ ਤੋਂ ਪਹਿਲੇ ਨੰਬਰ ਤੇ ਦਿੱਤਾ ਸਾਨੂੰ ਕਾਮ। ਇਸ ਦੇ ਵਿੱਚ ਅਸੀਂ ਸਾਰੇ ਜਕੜੇ ਪਏ ਹਾਂ, ਸਾਨੂੰ ਜਕੜ ਕੇ ਰੱਖਿਆ ਕਾਮ ਨੇ। ਤੇ ਵਾਸਨਾ ਰਹਿਤ ਅਸੀਂ ਹੋਵਾਂਗੇ ਕਿਵੇਂ? ਦੈਟਸ ਦਾ ਕੁਐਸਚਨ। ਇਹ ਵਾਸਨਾ ਰਹਿਤ ਨਹੀਂ ਹੈ, ਇਹ ਹੈ ਨਿਰਵਾਣ। ਬਾਣੀ ਤੋਂ ਰਹਿਤ, ਆਵਾਜ਼ ਤੋਂ, ਸ਼ਬਦਾਂ ਤੋਂ ਰਹਿਤ। ਨਿਰਵਾਣ ਕੀਰਤਨ ਜਿਹੜਾ ਤੁਹਾਡੇ ਅੰਦਰ ਚੱਲਣਾ ਹੈ, ਖਾਸ ਕੀਰਤਨ, ਨੰਨੇ ਨੂੰ ਔਂਕੜ ਹੈ। ਠੀਕ ਹੈ ਅਸੀਂ ਗੁਣ ਗਾਉਣੇ ਨੇ ਅਕਾਲ ਪੁਰਖ ਦੇ, ਨਾਮ ਜਪਣਾ ਹੈ ਰਸਨਾ ਦੇ ਨਾਲ, ਲੇਕਿਨ ਇਹ ਖਾਸ ਉਦੋਂ ਬਣ ਜਾਣਾ ਹੈ ਜਦੋਂ ਸਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਜਦੋਂ ਇਹ ਤਿੰਨੋਂ ਅਵਸਥਾਵਾਂ ਇਕੱਠੀਆਂ ਚੱਲਣਗੀਆਂ, ਇਹ ਨਿਰਵਾਣ ਕੀਰਤਨ ਬਣ ਜਾਏਗਾ। ਕਿ ਜੇਕਰ ਰਸਨਾ ਕਿਸੇ ਹੋਰ ਕਾਰਜ ਦੇ ਵਿੱਚ ਵਿਅਸਤ ਵੀ ਹੁੰਦੀ ਹੈ, ਕੁਝ ਹੋਰ ਗੱਲ ਦੇ ਵਿੱਚ ਵਿਅਸਤ ਵੀ ਹੁੰਦੀ ਹੈ, ਤੇ ਜਿਹੜੀ ਹਿਰਦੇ 'ਚ ਧੁਨੀ ਵੱਜ ਰਹੀ ਹੈ, ਉਹ ਨਿਰਵਾਣ ਕੀਰਤਨ ਸਾਡੇ ਅੰਦਰ, ਤੁਹਾਡੇ ਅੰਦਰ ਵੱਜਣਾ ਸ਼ੁਰੂ ਹੋਏਗਾ। ਕਹਿੰਦੇ ਉਸ ਅਵਸਥਾ ਤੱਕ ਗਾਵ ਹੋ, ਇਹਨੂੰ ਗਾ ਗਾ ਕੇ ਗਾਉਣ ਵਾਲੇ ਰਸਤੇ ਦੇ ਉੱਤੇ, ਗਾਉਣ ਤੋਂ ਮਤਲਬ ਥੋੜਾ ਜਿਹਾ ਉੱਚੀ ਧੁਨ ਦੇ ਨਾਲ ਨਾਮ ਜਪਣ ਵਾਲੇ ਰਸਤੇ ਤੇ ਚੱਲਣਾ। ਨਿਰਵਾਣ ਕੀਰਤਨ ਗਾਵ ਹੋ, ਗਾਉਣ ਵਾਲੇ ਰਸਤੇ ਦੇ ਉੱਤੇ ਹੋਈਏ, ਅਸੀਂ ਜੁਟੀਏ, ਨਾਮੈ ਸੰਗ ਜੁਟ। ਇਹ ਕੰਮ ਸਾਨੂੰ ਕਰਨਾ ਪੈਣਾ। ਗੁਰਬਾਣੀ ਸਾਨੂੰ ਗਿਆਨ ਦੇ ਰਹੀ ਹੈ, ਰਾਸਤਾ ਵਿਖਾ ਰਹੀ ਹੈ, ਇਹ ਸਾਨੂੰ ਰਾਸਤਾ ਅਡਾਪਟ ਕਰਨਾ ਪੈਣਾ। ਨਿਰਵਾਣ ਕੀਰਤਨ ਗਾਵਹੋ, ਇਹ ਜਿਹੜਾ ਕੀਰਤਨ ਹੈ, ਜਿਹੜਾ ਨਾਮ ਸਿਮਰਨ ਵਾਲਾ ਕੀਰਤਨ ਹੈ, ਨੰਨੇ ਨੂੰ ਔਂਕੜ, ਜਿੱਥੇ ਵੀ ਗੁਰਬਾਣੀ ਚਾਵੇ ਉੱਥੇ ਸਾਜ਼ਾਂ ਦੇ ਨਾਲ ਗਾਉਣ ਵਜਾਉਣ ਨੂੰ ਨਹੀਂ ਕਿਹਾ। ਇਹ ਠੀਕ ਹੈ, ਬੜਾ ਉੱਤਮ ਸੁੱਚਾ ਕਾਰਜ ਹੈ, ਅਸੀਂ ਕੀਰਤਨ ਸੁਣੀਏ, ਗੁਰਬਾਣੀ ਸੁਣੀਏ, ਗੁਰਬਾਣੀ ਨਾਲ ਨਾਲ ਰਸਨਾ ਦੇ ਗਾਈਏ, ਇਹ ਵੀ ਕੀਰਤਨ ਹੈ। ਲੇਕਿਨ ਜਿਹੜਾ ਖਾਸ ਇੱਥੇ ਸਪੈਲਿੰਗ ਪਾਏ ਨੇ, ਨੰਨੇ ਨੂੰ ਔਂਕੜ, ਨਿਰਵਾਣ ਲਫ਼ਜ਼ ਅੱਗੇ ਰੱਖਿਆ ਕੀਰਤਨ ਦੇ,
ਅਸੀਂ ਉਸ ਅਵਸਥਾ ਤੱਕ ਪਹੁੰਚਣਾ ਹੈ। ਨਿਮਖ ਸਿਮਰਤ ਜਿਤ ਛੂਟੈ। ਹੁਣ ਜਿਹੜਾ ਬਾਹਰਲਾ ਕੀਰਤਨ ਹੈ ਇਹ ਤੇ ਭਾਈ ਬਹੁਤ ਹੋ ਰਿਹਾ ਸਾਰੀ ਦੁਨੀਆ 'ਚ, ਸਾਰੀ ਦੁਨੀਆ 'ਚ ਬਹੁਤ ਹੋ ਰਿਹਾ। ਪਿਛਲੇ ਮੈਂ ਆਪ ਤਕਰੀਬਨ ਪਿਛਲੇ 30 ਸਾਲ ਤੋਂ ਕੀਰਤਨ ਕਰ ਰਿਹਾ, 30-32 ਸਾਲ ਤੋਂ। ਔਰ ਪਿਛਲੇ 5-7-10 ਸਾਲਾਂ ਦੇ ਵਿੱਚ ਇੰਨੇ ਜ਼ਿਆਦਾ ਦੀਵਾਨ ਔਰ ਇੰਨੇ ਜ਼ਿਆਦਾ ਕੀਰਤਨ ਸਮਾਗਮ ਹੋ ਰਹੇ ਹੈ ਕਿ ਰਹਿ ਰੱਬ ਦਾ ਨਾਂ ਆਏ ਹਫਤੇ ਹੀ ਕਿਤੇ ਦੁਨੀਆ ਦੇ ਵਿੱਚ ਸਮਾਗਮ ਹੁੰਦਾ, ਕਿਤੇ ਸ਼ਹਿਰ ਦੇ ਵਿੱਚ ਸਮਾਗਮ ਹੁੰਦਾ, ਆਏ ਹਫਤੇ ਹੀ ਅਸੀਂ ਆਪਣੇ ਗੁਰਦੁਆਰੇ ਦੇ ਵਿੱਚ ਕੀਰਤਨ ਕਰਦੇ ਹਾਂ। ਤੇ ਛੁਟਕਾਰਾ ਕਿੱਥੇ ਹੈ ਭਾਈ? ਕਿੱਥੇ ਛੁਟਕਾਰਾ ਹੋਇਆ? ਮੈਨੂੰ ਕਹਿਣ ਦੀ ਲੋੜ ਨਹੀਂ ਹੈ, ਜੋ ਸਾਡੇ ਅੱਜ ਕੱਲ ਹਾਲਾਤ ਨੇ ਗੁਰਦੁਆਰਾ ਸਾਹਿਬਾਨ ਦੇ, ਜੋ ਲੋਕਾਂ ਨੇ ਹਾਲਾਤ ਕਰ ਦਿੱਤੇ ਹੈ। ਗੁਰਦੁਆਰਾ ਆਪਣੇ ਥਾਂ ਤੇ ਬੜਾ ਉੱਚਾ ਸੁੱਚਾ ਇੰਸਟੀਟਿਊਸ਼ਨ ਹੈ। ਗੁਰੂ ਸਾਹਿਬ ਦਾ ਅਸੀਂ ਬਾਣੀ ਸੁਣਦੇ ਹਾਂ ਉੱਥੇ ਜਾ ਕੇ, ਪਰ ਲੇਕਿਨ ਜੋ ਅਸੀਂ ਅਗਿਆਨਤਾ ਦੇ ਵਸ ਹੋ ਕੇ, ਲੋਭ ਹੰਕਾਰ ਦੇ ਵਸ ਹੋ ਕੇ ਅਸੀਂ ਜੋ ਹਾਲਾਤ ਕਰ ਦਿੱਤੇ ਨੇ, ਸਾਡੀ ਨੌਜਵਾਨ ਪੀੜ੍ਹੀ ਦੀ ਬੜੀ 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 ਇਹ ਫਿਕਰ ਵਾਲੀ ਗੱਲ ਹੈ ਕਿ ਉਹਨਾਂ ਦਾ ਇੰਟਰਸਟ ਹੀ ਘਟ ਗਿਆ। ਰਿਲੀਜੀਅਸ ਇੰਸਟੀਟਿਊਸ਼ਨ ਦੇ ਵਿੱਚ ਨੌਜਵਾਨ ਪੀੜ੍ਹੀ ਦਾ ਇੰਟਰਸਟ ਹੀ ਘਟ ਗਿਆ। ਖੈਰ, ਮੈਂ ਸ਼ਬਦ ਦੇ ਵਿੱਚ ਰਵਾਂ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਸੋ ਅਸੀਂ ਇਹ ਗਾਉਣਾ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਅਸੀਂ ਇਹ ਗਾਉਣ ਦਾ ਮਤਲਬ ਹੈ ਕਿ ਥੋੜਾ ਜਿਹਾ ਉੱਚੀ ਧੁਨ ਦੇ ਨਾਲ ਨਾਮ ਅਭਿਆਸ ਕਰਨਾ। ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਐਸੀ ਕੋਈ ਐਸਾ ਛਿਣ ਪਵਿੱਤਰ ਤੈਨੂੰ ਹਾਸਲ ਹੋ ਜਾਣਾ ਜਿਹਦੇ ਵਿੱਚ ਤੂੰ ਇਹ ਨਾਮ ਜਪਣ ਵਾਲੀ ਝੁੱਟੀ ਲਾਉਣੀ ਹੈ ਔਰ ਤੇਰਾ ਛੁਟਕਾਰਾ ਹੋ ਜਾਣਾ। ਆਓ ਜੀ ਹੁਣ ਮੁੜ ਕੇ ਰਹਾਓ ਤੇ ਆਉਣਾ। ਕਹਿੰਦੇ ਸੰਤ ਹੋ, ਸੰਤ ਦੇ ਰਾਸਤੇ ਤੇ ਚੱਲੋ, ਸਾਗਰ ਪਾਰ ਉਤਰੀ ਹੈ। ਐਸ ਭਵ ਸਾਗਰ ਤੋਂ ਇਸੇ ਤਰੀਕੇ ਦੇ ਨਾਲ ਪਾਰ ਉਤਰਿਆ ਜਾ ਸਕਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ। ਜੇਕਰ ਕੋਈ ਐਸ ਬਚਨ ਦੀ, ਸ਼ਬਦ ਦੀ, ਨਾਮ ਦੀ ਕਮਾਈ ਕਰਦਾ ਹੈ ਤਾਂ ਉਹ ਗੁਰੂ ਦੀ ਕਿਰਪਾ ਦੇ ਨਾਲ ਅਵਸ਼ ਹੀ ਤਰਦਾ ਹੈ, ਅਵਸ਼ ਹੀ ਤਰਦਾ ਹੈ। ਦੂਸਰਾ ਸਟੈਪ, ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਮੈਂ ਪਹਿਲਾਂ ਇਹਦੇ ਅੱਖਰੀ ਅਰਥ ਪੜ੍ਹਦਾ ਚੱਲਾਂ ਕਿਉਂਕਿ ਮੈਂ ਕਈ ਗੱਲਾਂ ਐਕਸਪਲੇਨ ਵੀ ਕਰਨੀਆਂ ਨੇ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਅਪਾਰਦੀਪ ਸਿੰਘ ਕਿਹੜੇ ਰਾਸਤੇ ਤੇ ਚਲਾ ਗਿਆ, ਇਹ ਗੱਲਾਂ ਕਿਹੋ ਜਿਹੀਆਂ ਕਰਨ ਲੱਗ ਗਿਆ, ਇਹ ਚੰਗਾ ਭਲਾ ਕੀਰਤਨ ਸੁਣਾਉਂਦਾ ਸੀ ਸਾਨੂੰ, ਇਹ ਕਿਹੜਾ ਕੰਮ ਇਹਨੇ ਫੜ ਲਿਆ। ਸੋ ਇਹਦੇ ਅੱਖਰੀ ਅਰਥ ਨੇ, ਹੇ ਭਾਈ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰਦਿਆਂ ਤਾਂ ਜਗਤ ਵਿੱਚ ਵਿਕਾਰਾਂ ਦੀ ਮੈਲ ਨਾਲ ਲਿਬੜ ਜਾਈਦਾ ਹੈ। ਸਾਡੇ ਸਾਹਮਣੇ ਅਰਥ ਕੀਤੇ ਪਏ ਨੇ, ਕੋਟ ਤੀਰਥ ਮਜਨ ਇਸ਼ਨਾਨਾ। ਮਜਨ ਵੀ ਇਸ਼ਨਾਨ ਨੂੰ ਕਹਿੰਦੇ ਨੇ। ਜਲ ਕੇ ਮਜਨ, ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਕੋਟ ਤੀਰਥ, ਕਰੋੜਾਂ ਤੀਰਥਾਂ ਦੇ ਕਹਿੰਦੇ ਇਸ਼ਨਾਨ ਕਰੀ ਜਾਓ। ਕਲਯੁਗ ਦੇ ਵਿੱਚ ਪ੍ਰਵਾਨ ਨਹੀਂ ਹੈ, ਐਸ ਸਮੇਂ ਦੇ ਵਿੱਚ ਪ੍ਰਵਾਨ ਨਹੀਂ ਹੈ। ਬਾਣੀ ਨੂੰ ਬਾਣੀ ਦੇ ਨਾਲ ਅਸੀਂ ਖੋਲਣਾ ਹੈ। ਸਾਡਾ ਜ਼ੋਰ ਹੀ ਤੀਰਥ ਯਾਤਰਾ ਤੇ ਲੱਗਿਆ ਪਿਆ। ਚਲੋ ਹੋਇਆ, ਅਸੀਂ ਨਹੀਂ ਕਹਿੰਦੇ ਕਿ ਇਹਨੂੰ ਅਸੀਂ ਰਿਜੈਕਟ ਕਰਨਾ ਹੈ, ਇਹਨੂੰ ਅਸੀਂ ਮੰਨਣਾ ਨਹੀਂ ਹੈ, ਆਪਣੇ ਅਸੀਂ ਧਾਰਮਿਕ ਸਥਾਨਾਂ ਤੇ ਜਾਣਾ ਨਹੀਂ ਹੈ, ਇਹ ਨਹੀਂ ਅਸੀਂ ਕਹਿੰਦੇ। ਪਰ ਇਹ ਸੋਚ ਕੇ ਜਾਣਾ
कि मेरे जाके उत्थे पाप लथ जाणगे, ये गलत है। ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਮੇਰੇ ਉੱਥੇ ਪਾਪ ਲੱਥਣਗੇ, ਇਹ ਸੋਚਣਾ ਇਹ ਵੀ ਗਲਤ ਹੈ, ਕਿਉਂਕਿ ਗੁਰਮਤ ਨਹੀਂ ਮੰਨਦੀ ਕਿਤੇ, ਗੁਰਬਾਣੀ ਨਹੀਂ ਮੰਨਦੀ ਇਸ ਚੀਜ਼ ਨੂੰ। ਗੁਰਬਾਣੀ ਸਾਫ਼ ਸਾਨੂੰ ਦਰਸ਼ਨ ਕਰ ਰਹੇ ਹਾਂ ਅਸੀਂ ਸਕਰੀਨ ਤੇ, ਕਹਿੰਦੇ ਕੋਟ ਤੀਰਥ ਮਜਨ ਇਸ਼ਨਾਨਾ, ਕਰੋੜਾਂ ਤੀਰਥਾਂ ਤੇ ਜਾ ਕੇ ਭਾਵੇਂ ਜਿੰਨੇ ਮਰਜ਼ੀ ਇਸ਼ਨਾਨ ਕਰ ਲੋ, ਇਸ ਕਲ ਮਹਿ ਮੈਲ ਭਰੀਜੈ। ਐਸ ਕਲਯੁਗ ਦੇ ਵਿੱਚ ਮੈਲ ਹੋਰ ਚੜ ਜਾਣੀ ਹੈ। ਇੱਕ ਭਾ ਲੱਥੀ ਨਹਾਤਿਆਂ, ਦੋਹੇ ਭਾ ਚੜੀ ਇਸ ਹੋਰ। ਉਹ ਬੰਦੇ ਨੇ ਮਾਣ ਕਰ ਲੈਣਾ, ਲੈ ਵੀ ਮੈਂ ਤੇ ਫਲਾਣੇ ਥਾਂ ਤੇ ਜਾ ਆਇਆ, ਮੈਂ ਤੇ ਆ ਯਾਤਰਾ ਕਰ ਆਇਆ। ਉਹ ਓਨਾ ਹੀ ਹੰਕਾਰ ਜਿਹੜਾ ਹੈ ਉਹਦੇ ਅੰਦਰ ਉਹਦੀ ਅਵਸਥਾ ਨੂੰ ਘਟਾ ਦੇਣਾ। ਹਾਂ, ਜੇਕਰ ਉਸ ਅਸਥਾਨ ਤੇ ਜਾ ਕੇ, ਉਸ ਤੀਰਥ ਤੇ ਜਾ ਕੇ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ, ਜਿਹੜਾ ਸਾਨੂੰ ਉਪਦੇਸ਼ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ, ਜਿਹੜਾ ਕੀਰਤਨ ਸਾਡੇ ਉੱਥੇ ਅਸਥਾਨਾਂ ਤੇ ਹਜ਼ੂਰੀ ਰਾਗੀ ਸਾਹਿਬਾਨ ਕਰ ਰਹੇ ਨੇ, ਬੜਾ ਸਤਿਕਾਰ ਹੈ ਉਸ ਕੀਰਤਨ ਦਾ, ਉਸ ਗੁਰਬਾਣੀ ਗਾਏ ਦਾ, ਸੁਣੇ ਦਾ। ਜੇਕਰ ਅਸੀਂ ਉਸ ਤੇ ਚੱਲ ਰਹੇ ਹਾਂ, ਉਹ ਪ੍ਰੈਕਟੀਕਲ ਸਾਡੇ ਜੀਵਨ ਦੇ ਵਿੱਚ ਸ਼ਾਮਿਲ ਹੈ, ਤੇ ਬੜਾ ਮੁਬਾਰਕ ਹੈ, ਬਹੁਤ ਅੱਛੀ ਗੱਲ ਹੈ। ਪਰ ਜੇਕਰ ਇਹ ਸੋਚਣਾ ਕਿ ਅਸੀਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਪਵਿੱਤਰ ਹੋ ਜਾਾਂਗੇ ਜਾਂ ਅਸੀਂ ਰੱਬ ਦੇ ਨੇੜੇ ਹੋ ਜਾਾਂਗੇ, ਮਹਾਰਾਜ ਕਹਿੰਦੇ ਨਾ, ਇਸ ਕਲ ਮੈਂ ਮੈਲ ਭਰੀਜੈ। ਕਹਿੰਦੇ ਉਹ ਮੈਲ ਨਾਲ ਹੋਰ ਭਰ ਜਾਣਾ ਅਸੀਂ। ਚੌਹਾਂ ਜੁਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਜਿਹੜੇ ਲੰਘ ਗਏ ਨੇ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ। ਗੁਰੂ ਅਮਰਦਾਸ ਪਾਤਸ਼ਾਹ, ਬਿਲਾਵਲ ਮਹੱਲਾ ਤੀਜਾ। ਕਹਿੰਦੇ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਜਿਹੜੇ ਪਿੱਛੇ ਲੰਘ ਚੁੱਕੇ ਨੇ। ਇਹ ਵੀ ਅਸੀਂ ਸ਼ਬਦ ਲੈ ਕੇ ਐਕਸਪਲੇਨ ਕਰਾਂਗੇ ਕਿ ਇਹ ਯੁੱਗ ਕੀ ਨੇ, ਸਮਾਂ ਜਿਹੜਾ ਹੈ ਕੀ ਹੈ, ਇਹ ਕਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅੱਜ ਕਲਯੁਗ ਦਾ ਸਮਾਂ ਹੈ, ਅਸੀਂ ਕਲਯੁਗ ਦੇ ਵਿੱਚ ਆ, ਇਹ ਕੀ ਹੈ, ਇਹਦੀ ਐਕਸਪਲੇਨੇਸ਼ਨ ਆਪਾਂ ਗਾਂਹ ਜਾ ਕੇ ਕਰਾਂਗੇ। ਕਹਿੰਦੇ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ। ਕਲਯੁਗ ਦੇ ਵਿੱਚ ਜੇ ਕੋਈ ਸੇਵਾ, ਜੇ ਕੋਈ ਕੀਰਤ ਪ੍ਰਵਾਨ ਹੋਈ ਹੈ, ਤੇ ਉਹ ਹੈ ਹਰਨਾਮ ਦੀ ਕੀਰਤ। ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਇਹਦੇ ਨਾਲ ਅਸੀਂ ਮੈਲ ਤੋਂ ਬਚ ਸਕਾਂਗੇ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਕਹਿੰਦੇ ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਸਾਧੂ ਦੇ ਸੰਗ ਦੇ ਜ਼ਰੀਏ, ਸਾਧੂ ਦੇ ਸੰਗ ਦੇ ਥਰੂ ਹੋ ਕੇ, ਗੁਰੂ ਦੀ ਮੱਤ ਲੈ ਕੇ, ਸਾਧੂ ਕੀ ਮਨ ਓਟ ਗਹੋ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਬਾਣੀ ਚ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਸਾਧੂ ਕਰਨਾ ਪੈਣਾ ਹੈ, ਦੀਖਿਅਤ ਹੋਣਾ ਪੈਣਾ ਹੈ, ਦੀਖਿਆ ਲੈਣੀ ਪੈਣੀ ਹੈ। ਸੋ ਉਹ ਜਿਹੜਾ ਸਾਧੂ ਸਾਡੇ ਅੰਦਰ ਪ੍ਰਗਟ ਹੋਏਗਾ, ਹਰਨਾਮ ਹਮਾਰੀ ਸੰਗਤ ਅਤ ਪਿਆਰੀ। ਇਹ ਜਿਹੜੀ ਅਸੀਂ ਸੰਗਤ ਕਰਨੀ ਹੈ ਨਾਮ ਦੀ, ਆਪਣੇ ਆਪ ਦੇ ਨਾਲ ਇਕਾਂਤਵਾਸ ਚ ਬੈਠ ਕੇ, ਜਾਂ ਪਰਿਵਾਰਕ ਕੰਮ ਕਰਦੇ ਹਾਂ, ਜਾਂ ਆਪਣੀ ਡਿਊਟੀ ਕਰਦੇ ਹਾਂ, ਜਾਂ ਕੋਈ ਹੋਰ ਕਿਰਤ ਕਰਦੇ ਹਾਂ, ਡਰਾਈਵਿੰਗ ਕਰਦੇ ਹਾਂ, ਅਸੀਂ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਇਹਦੇ ਨਾਲ ਸਾਡਾ ਜਿਹੜਾ ਧਿਆਨ ਹੈ, ਦੈਟ ਇਜ਼ ਕਾਲਡ ਮੈਡੀਟੇਸ਼ਨ। ਸਾਨੂੰ ਇਹ ਮੈਡੀਟੇਸ਼ਨ ਦੱਸੀ ਸਾਡੇ ਗੁਰੂਆਂ ਨੇ ਕਿ ਸਾਡੇ ਮਨ ਦੇ ਵਿੱਚ ਭੈੜੇ ਵਿਚਾਰ ਨਹੀਂ ਆਉਣਗੇ, ਮਨ ਇਕਾਗਰ ਹੋਏਗਾ, ਕਨਸੈਂਟਰੇਸ਼ਨ ਸਾਡੀ ਵੱਧ ਜਾਣੀ ਹੈ, ਸਾਡਾ ਕੌਨਫੀਡੈਂਸ ਵੱਧ ਜਾਣਾ ਹੈ, ਸਪਿਰਿਚੁਅਲਿਟੀ ਦੇ ਰਸਤੇ ਤੇ ਅਸੀਂ ਤਰੱਕੀ ਕਰ ਜਾਣੀ ਹੈ। ਸਾਧ ਸੰਗ ਜੋ ਹਰ ਗੁਣ ਗਾਵੈ। ਸੋ ਐਸ ਸੰਗ ਦੇ ਨਾਲ, ਸਾਧੂ ਦੇ ਸੰਗ ਦੇ ਨਾਲ, ਜਿਹੜਾ ਹਰੀ ਦੇ ਗੁਣ ਗਾ ਰਿਹਾ, ਉਹਦਾ ਨਾਮ ਜਪ ਰਿਹਾ, ਉਹਦੀ ਸਿਫਤ ਸਲਾਹ ਕਰ ਰਿਹਾ, ਸੋ ਨਿਰਮਲ ਕਰ ਲੀਜੈ।
ਉਹ ਫਿਰ ਨਿਰਮਲ ਹੋ ਜਾਂਦਾ ਹੈ, ਉਹ ਫਿਰ ਸੱਚਾ ਸੁੱਚਾ ਹੋ ਜਾਂਦਾ ਹੈ। ਇਹ ਹੈ ਸੰਤ ਹੋ। ਕਹਿੰਦੇ ਤੂੰ ਸਾਧ ਸੰਗ ਕਰਨਾ, ਕਹਿੰਦੇ ਸੰਤ ਹੋ, ਸੰਤ ਦੇ ਮਾਰਗ ਤੇ ਚੱਲ। ਤੂੰ ਕਹਿੰਦੇ ਹਰ ਗੁਣ ਗਾਉਣੇ ਆ, ਕਹਿੰਦੇ ਸੰਤ ਹੋ, ਸੰਤ ਵਾਲੇ ਮਾਰਗ ਤੇ ਚੱਲ। ਕਹਿੰਦੇ ਤੂੰ ਚਾਹੁੰਦਾ ਵੀ ਤੂੰ ਅੰਦਰੋਂ ਨਿਰਮਲ ਹੋ ਜਾਏ, ਤੂੰ ਪਵਿੱਤਰ ਹੋ ਜਾਏ। ਲੱਲੇ ਨੂੰ ਔਂਕੜ ਹੈ, ਇਹ ਅੰਦਰਲਾ ਸਾਡਾ ਜੀਵਨ ਹੈ, ਅੰਦਰੋਂ ਸਾਡਾ ਜਿਹੜਾ ਮਨ ਹੈ, ਜਿਹੜਾ ਮਨ ਧੋਵੋ ਸ਼ਬਦ ਲਾਗੋ, ਇਹਨੇ ਨਿਰਮਲ ਹੋਣਾ ਹੈ। ਔਰ ਸਾਨੂੰ ਇਹ ਪਤਾ ਲੱਗਦਾ ਜਾਣਾ ਕਿ ਨਿਰਮਲ ਹੋ ਰਿਹਾ। ਸਾਡੇ ਕਰਮ ਉਹੋ ਜਿਹੇ ਬਣ ਜਾਣੇ ਆ, ਸਾਡੇ ਵਿਚਾਰ ਉਹੋ ਜਿਹੇ ਬਣ ਜਾਣੇ ਆ, ਸਾਡੀ ਸੋਚ ਉਹੋ ਜਿਹੀ ਬਣ ਜਾਣੀ ਹੈ, ਸਾਡਾ ਵਿਚਰਨਾ, ਸਾਡੀ ਰਹਿਣੀ ਬਹਿਣੀ ਬਣ ਜਾਣੀ ਹੈ ਉੱਦਾਂ ਦੀ ਕਿ ਅਸੀਂ ਨਿਰਮਲ ਹੁੰਦੇ ਨਜ਼ਰ ਆਵਾਂਗੇ ਆਪਣੇ ਆਪ ਨੂੰ। ਪਰ ਲੋਕਾਂ ਨੂੰ ਨਹੀਂ ਦਿਖਾਉਣਾ, ਲੋਕਾਂ ਨੂੰ ਦਿਖਾ ਕੇ ਕੀ ਕਰਨਾ, ਕਿਉਂਕਿ ਇੱਥੇ ਤੇ ਮੇਲ ਹੀ ਮੇਰਾ ਤੇ ਤੇਰਾ ਹੈ, ਦੋ ਸੱਤ, ਇੱਕ ਮੈਂ ਤੇ ਇੱਕ ਅਕਾਲ ਪੁਰਖ, ਇੱਕ ਮੈਂ ਤੇ ਇੱਕ ਤੂੰ। ਅਸੀਂ ਇੱਕ ਮਿਕ ਹੋਣਾ, ਅਸੀਂ ਕਿਸੇ ਨੂੰ ਵਿਖਾ ਕੇ ਕੀ ਕਰਨਾ। ਕਹਿੰਦੇ ਤੂੰ ਸਾਧ ਸੰਗ ਕਰਨਾ, ਤੂੰ ਹਰ ਗੁਣ ਗਾਉਣੇ ਹੈ, ਤੂੰ ਨਿਰਮਲ ਹੋਣਾ, ਕਹਿੰਦੇ ਸੰਤ ਹੋ, ਸੰਤ ਦੇ ਰਾਸਤੇ ਤੇ ਚੱਲ। ਸਾਗਰ ਪਾਰ ਉਤਰੀ ਹੈ, ਐਸ ਭਾਵ ਸਾਗਰ ਦੇ ਪਾਰ ਉਤਰ ਜਾਏਗਾ। ਪਰ ਕਹਿੰਦੇ ਕਮਾਈ ਕਰਨੀ ਪੈਣੀ ਹੈ ਬਚਨ ਦੀ, ਨਾਮ ਦੀ, ਸ਼ਬਦ ਦੀ, ਤੇ ਗੁਰੂ ਦੀ ਕਿਰਪਾ ਦਾ ਪਾਤਰ ਤੇ ਤੂੰ ਬਣ ਹੀ ਜਾਣਾ ਹੈ। ਕਿਉਂਕਿ ਗੁਰੂ ਨੇ ਮਾਰਗ ਹੀ ਇਹ ਦੱਸਿਆ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਹੋਰ ਕਿੱਦਾਂ ਸਾਨੂੰ ਕਲੀਅਰ ਹੋਏ, ਹੋਰ ਕਿੱਦਾਂ ਸਾਨੂੰ ਸਾਫ਼ ਹੋਏ ਕਿ ਸਾਡਾ ਜਿਹੜਾ ਉੱਚਾ ਤੇ ਸੁੱਚਾ ਧਰਮ ਦਾ ਕੰਮ ਹੈ ਉਹ ਕੇਵਲ ਤੇ ਕੇਵਲ ਨਾਮ ਜਪਣਾ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਨਾਮ ਦੇ ਰੰਗ ਦੇ ਨਾਲ ਉਹ ਉਤਰਨੀ ਹੈ। ਔਰ ਪਹਿਲਾਂ ਅਸੀਂ ਨਾਮ ਅਭਿਆਸ ਕਰਨਾ ਹੈ, ਫਿਰ ਇਹ ਨਾਮ ਦਾ ਰੰਗ ਬੜੀ ਉੱਚੀ ਅਵਸਥਾ ਹੈ ਨਾਮ ਦੇ ਰੰਗ ਦੀ। ਫਿਰ ਰੰਗ ਤੋਂ ਬਾਅਦ ਰੱਤੇ ਦੀ ਅਵਸਥਾ ਹੈ, ਰੰਗ ਰੱਤਾ ਮੇਰਾ ਸਾਹਿਬ। ਇਹ ਰੱਤੇ ਦੇ ਵਿੱਚ ਜਾ ਕੇ ਫਿਰ ਗੁਰਮਤ ਸਮਝ ਆਉਂਦੀ ਹੈ, ਫਿਰ ਗਿਆਨ ਆਉਂਦਾ ਹੈ। ਇਹ ਰੱਤੇ ਦੀ ਅਵਸਥਾ ਦੇ ਵਿੱਚ ਜਾ ਕੇ ਇਹ ਵੀ ਆਪਾਂ ਅੱਗੇ ਹੌਲੀ ਹੌਲੀ ਜਿਉਂ-ਜਿਉਂ ਸਾਡੇ ਸਾਹਮਣੇ ਸ਼ਬਦ ਆਉਣਗੇ ਅਸੀਂ ਇਹ ਐਕਸਪਲੇਨ ਕਰਦੇ ਚੱਲਾਂਗੇ। ਜਿਹੜਾ ਨਾਮ ਜਪ ਗਿਆ, ਰੰਗਲਾ ਸੱਜਣ ਬਣ ਗਿਆ, ਨਾਮ ਦੇ ਰੰਗ ਵਿੱਚ ਖੇਡਣ ਲੱਗ ਗਿਆ, ਉਹਦੀ ਅਵਸਥਾ ਖੇਡਦੇ ਖੇਡਦੇ ਰੰਗ ਦੇ ਵਿੱਚ ਉਹ ਰੱਤੇ ਦੇ ਵਿੱਚ ਕੀ, ਜਿੱਥੇ ਉਹਨੂੰ ਫਿਰ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਗੁਰਮਤ ਬਖਸ਼ਣੀ ਹੈ, ਉਹਨੂੰ ਗਿਆਨ ਬਖਸ਼ਣਾ, ਉਹਨੂੰ ਭਰੋਸਾ ਬਖਸ਼ਣਾ, ਉਹਨੂੰ ਇੱਕ ਦਾ ਉਪਾਸ਼ਕ ਬਣਾ ਦੇਣਾ। ਸੋ ਕਹਿੰਦੇ ਜੇ ਤੂੰ ਵੀ ਸਾਧ ਸੰਗ ਕਰਨਾ, ਤੂੰ ਵੀ ਹਰ ਗੁਣ ਗਾਉਣੇ ਆ, ਤੂੰ ਨਿਰਮਲ ਹੋਣਾ ਤੇ ਸੰਤ ਹੋ, ਸੰਤ ਦੇ ਰਾਸਤੇ ਤੇ ਚੱਲ। ਸੰਤੋ ਇਹਦਾ ਮਤਲਬ ਇਹ ਨਹੀਂ ਹੈ ਕਿ ਸੰਤਾਂ ਨੂੰ ਸੰਬੋਧਨ ਹੋ ਰਿਹਾ ਹੈ, ਗਲਤ ਹੈ। ਸੰਤ ਨੂੰ ਕਿਵੇਂ ਭਾਈ ਕੋਈ ਸੰਬੋਧਨ ਹੋਏਗਾ? ਸੰਤ ਅਕਾਲ ਪੁਰਖ ਹੈ ਜਾਂ ਸੰਤ ਗੁਰੂ ਸਾਹਿਬਾਨ ਨੇ ਜਿਨ੍ਹਾਂ ਤੋਂ ਅਸੀਂ ਉਪਦੇਸ਼ ਲੈਣਾ ਹੈ। ਇਹ ਹੈ ਦੂਸਰਾ ਸਟੈਪ ਸ਼ਬਦ ਦਾ। ਅਸੀਂ ਅੱਗੇ ਤੀਸਰੇ ਬੰਦ ਵਿੱਚ ਦਾਖਲ ਹੋ ਰਹੇ ਹਾਂ। वेद कतेब सिमरत सब सास्त इन पढ़िया मुक्त न होई। वेद कतेब सिमरत सब सास्त इन पढ़िया मुक्त न होई। पढ़ लो, जिन्हें मर्जी पढ़ो, अच्छा कार्य है, मुबारक है, पर इन पढ़िया मुक्त ना हुई। मुक्ति नहीं हासिल कर सकते। एक अखर, एक दे कक्के नूं भी औंकड़ है, केवल ते केवल एक अखर, और अखर दे रारे नूं भी औंकड़ है, केवल ते केवल आहो अखर जिहड़ा अकाल पुरख दा नाम है। एक अखर जो गुरमुख जापै, गुरु दे जरिए, गुरु दे थ्रू होके, दीखिया लैके, पंज प्यारियां तो खंडे बाटे दी पौल छक के, ये सब तो पहला स्टैप है।
ਇਹ ਪੌਲ ਛਕਣੀ ਪੈਣੀ ਹੈ, ਪੌਲ ਲੈਣੀ ਪੈਣੀ ਹੈ। ਇਸੇ ਨੂੰ ਦੀਖਿਆ ਕਿਹਾ ਹੈ, ਦੀਖਿਆ ਲੈਣੀ ਪੈਣੀ। ਇੱਕ ਅੱਖਰ ਜੋ ਗੁਰਮੁਖੇ ਖੱਖੇ ਨੂੰ ਸਿਹਾਰੀ ਗੁਰੂ ਦੇ ਜ਼ਰੀਏ, ਗੁਰੂ ਦੇ ਥਰੂ ਹੋ ਕੇ ਜਾਪੈ ਤਿਸ ਕੀ ਨਿਰਮਲ ਸੋਈ। ਕਹਿੰਦੇ ਉਹ ਫਿਰ ਐਸ ਇੱਥੇ ਐਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਉਹ ਨਿਰਮਲ ਰਹਿੰਦਾ ਹੈ, ਉਸ ਦੀ ਸੋਭਾ ਹੁੰਦੀ ਹੈ। वेद कतेब सिमरत सब शास्त्र। इन्हां ही वेदां दे विच उत्तम नाम लिखिया जिहदे वल असीं झाकदे नहीं हां, जिन्हों असीं विचारदे नहीं हां, जिसदा असीं अभ्यास नहीं करदे। पर असीं की करदे हां, उन्हां नूं पढ़ी जा रहे हां, पढ़ी जा रहे हां, पढ़ी जा रहे हां। ਇਹ ਸਾਡੇ ਸਾਰਿਆਂ ਦੇ ਸਾਹਮਣੇ ਆ। ਪੜ੍ਹ ਕੇ ਅਸੀਂ ਕਿੱਥੇ ਪਹੁੰਚੇ ਆ। ਅੱਜ ਤੋਂ 50 ਸਾਲ ਪਹਿਲਾਂ ਦੇਖ ਲਓ, ਗੁਰਦੁਆਰੇ ਵੀ ਘੱਟ ਸੀ, ਲੋਕ ਵੀ ਘੱਟ ਸੀ ਤੇ ਉਦੋਂ ਵੀ ਪਾਠ ਹੋ ਰਹੇ ਸੀ। ਹੁਣ ਤਾਂ ਪਾਠ ਬਹੁਤ ਹੀ ਜ਼ਿਆਦਾ ਹੋ ਰਹੇ ਹੈ, ਲੇਕਿਨ ਅਸੀਂ ਪਹੁੰਚੇ ਕਿੱਥੇ ਆ? ਅਸੀਂ ਸਿਸਟਮ, ਆਪਣੀ ਸੰਗਤ ਨੂੰ ਅਸੀਂ ਦਿੱਤਾ ਕੀ ਹੈ? ਸਾਡੀ ਪ੍ਰਚਾਰਕ ਕੈਟਾਗਰੀ ਸਾਰੇ ਸਿਆਣੇ ਨੇ, ਮੈਂ ਸਭ ਦਾ ਸਤਿਕਾਰ ਕਰਦਾ, ਲੇਕਿਨ ਉਹ ਭਾਈ ਤਬਦੀਲੀ ਕੀ ਆਈ ਹੈ? केवल गुरुद्वारे बैठ के कीर्तन कर लेना और अपनी भेटा लै जानी, कथा कर लेनी और अपनी भेटा लै जानी। ओ भाई जिम्मेवारी समझो। मैं प्रचारकां नूं संबोधन हो रहा, अपनी जिम्मेवारी समझो। संगत नूं, संगत दी अवस्था कित्थे पहुंची है? यूथ साडा, साडी नवीं पीढ़ी कित्थे पहुंची है? किन्ना कुछ उन्हां दा अध्यात्मक जीवन उच्चा सुच्चा है? ਇਹ ਇਸੇ ਅਧਿਆਤਮਕ ਜੀਵਨ ਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਅਸੀਂ ਵਿਚਰਨਾ ਹੈ, ਫਰਜ਼ ਕਰ ਲਓ ਇੱਕ ਮੁਲਕ ਚੱਲਣਾ ਹੈ, ਉਸ ਮੁਲਕ ਦੇ ਲੋਕ ਜੇ ਅਧਿਆਤਮ ਦੇ ਰਾਸਤੇ ਤੇ ਚੱਲਦੇ ਹੋਣਗੇ, ਉਹ ਮੁਲਕ ਨੰਬਰ 1 ਹੋਏਗਾ ਸਾਰੀ ਦੁਨੀਆ ਦੇ ਵਿੱਚ। ਕਿਉਂਕਿ ਉਹਨਾਂ ਕੋਲ ਓਨੈਸਟੀ ਹੋਏਗੀ, ਉਹਨਾਂ ਕੋਲ ਹਾਰਡ ਵਰਕ ਹੋਏਗਾ, ਉਹਨਾਂ ਕੋਲ ਸੱਚ ਹੋਏਗਾ, ਉਹ ਆਪ ਸੱਚੇ ਸੁੱਚੇ ਹੋਣਗੇ। ਤੇ ਜਿੱਥੇ ਇਹ ਚੀਜ਼ਾਂ ਜਿਹੜੇ ਮੁਲਕ ਦੇ ਵਿੱਚ ਆ ਜਾਣ, ਉਹ ਮੁਲਕ ਫਿਰ ਉਹਦਾ ਸਿਸਟਮ ਵੀ, ਪ੍ਰਬੰਧ ਵੀ ਚੰਗਾ ਹੋਏਗਾ। ਪਰ ਨਹੀਂ, ਅਸੀਂ ਤੇ ਇਹ ਕੋਸ਼ਿਸ਼ ਕਰਨੀ ਨਹੀਂ ਨਾ। ਇਦਾਂ ਨਹੀਂ ਅਸੀਂ ਕਰਨਾ। ਅਸੀਂ ਡਿਸਓਨੈਸਟੀ ਰਹਿਣਾ, ਅਸੀਂ ਲੇਜ਼ੀ ਰਹਿਣਾ। ਸਾਨੂੰ ਹਾਰਡ ਵਰਕ ਕਰਨ ਦੀ ਕੀ ਲੋੜ ਹੈ? ਬੈਠੇ ਬਿਠਾਏ ਸਾਨੂੰ ਆਹ ਭੇਟਾ ਮਿਲ ਗਈ, ਉਧਰੋਂ ਆ ਗਿਆ, ਉਧਰੋਂ ਆ ਗਿਆ, ਚਲੋ ਜੀ ਸਾਡਾ ਕੰਮ ਚੱਲ ਗਿਆ। ਨਹੀਂ, अच्छी क्वालिफिकेशन पढ़ो, लिखो और अपनी किरत करो। अपनी किरत करांगे, टैक्स पे करांगे, असी कंट्री दे सिस्टम दे विच असी अपना सहयोग दे रहे होवांगे। चलो खैर, वेद कतेब सिमरत सब शास्त्र, इन पढ़िया मुक्त ना हुई। जिन्ने मर्जी पढ़ लो, पाठ कर लो, लेकिन उस पाठ दे उत्ते, उस लैसन दे उत्ते, पाठ दा मतलब है लैसन, पाठ दा अखरी अर्थ है लैसन। उस सिक्ख्या नूं हासिल करना पैना है। सिक्खी, सिक्ख्या, गुर विचार, नदरी कर्म लंघाए पार। सो गुरु दी जिहड़ी विचार है, जिन्हों असीं एक्सप्लेन करदे हां कि जप जप नाम गोबिंद का पूर्ण विचार, वाहिगुरु 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 वाहिगुरु, इस विचार दे असीं उत्ते आउणा। होर मन दे विचार ਜਿਹੜੇ ਭੈੜੇ ਨੇ, ਜਿਹੜੇ ਸਾਨੂੰ ਅਕਾਲ ਪੁਰਖ ਪਰਮਾਤਮਾ ਤੋਂ ਦੂਰ ਕਰ ਰਹੇ ਨੇ, ਉਹਨਾਂ ਨੂੰ ਅਸੀਂ ਤਿਆਗਣਾ ਹੈ। ਉਹ ਤਾਂ ਹੀ ਤਿਆਗ ਪਾਵਾਂਗੇ ਜੇਕਰ ਸਾਡਾ ਧਿਆਨ ਐਸ ਸਿਮਰਨ ਵੱਲ, ਐਸ ਧਿਆਉਣ ਵਾਲੇ ਪਾਸੇ ਸਾਡਾ ਜੇਕਰ ਮਨ ਲੱਗੇਗਾ। ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਉਹ ਫਿਰ ਇੱਥੇ ਵੀ ਸੁਹੇਲਾ ਤੇ ਅਗਾਂਹ ਵੀ ਸੁਹੇਲਾ ਹੋਏਗਾ। ਕਹਿੰਦੇ ਤੂੰ ਇੱਕ ਅੱਖਰ ਜਪਣਾ, ਤੂੰ ਗੁਰੂ ਦੇ ਥਰੂ ਹੋਣਾ,
ਤੂੰ ਚਾਹੁੰਦਾ ਹੈ ਕਿ ਮੈਂ ਨਿਰਮਲ ਰਵਾਂ, ਇੱਥੇ ਵੀ ਸੁਰਖਰੂ ਰਵਾਂ ਤੇ ਅਗਾਂਹ ਵੀ ਮੈਂ ਸੁਰਖਰੂ ਰਵਾਂ? ਕਹਿੰਦੇ ਸੰਤ ਹੋ, ਸੰਤ ਵਾਲੇ ਰਾਹ ਤੇ ਚੱਲ, ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਮੇਰਾ ਖਿਆਲ ਹੁਣ ਸਾਰਾ ਸਮਝ ਆ ਰਿਹਾ ਸਾਰਿਆਂ ਨੂੰ ਜਿਹੜੇ ਸੁਣ ਰਹੇ ਨੇ। ਇਹ ਰਹਾਉ ਦੇ ਵਿੱਚ ਆ ਕੇ ਸਮਾ ਗਈ ਹੈ ਤੁਕ। ਹੁਣ ਆਪਾਂ ਸ਼ਬਦ ਦਾ ਚੌਥਾ ਬੰਦ ਵਿਚਾਰ ਰਹੇ ਜੀ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਚਾਰ ਵਰਨ ਸੀ ਉਸ ਵੇਲੇ, ਜਿਹੜਾ ਸਿਸਟਮ ਸੀ ਜਦੋਂ ਇਹ ਗੁਰਬਾਣੀ ਆਈ ਹੈ। ਪੰਜਵੇਂ ਮਹਿਲ ਨੇ ਇਹ ਬਾਣੀ ਸਾਨੂੰ ਰਚ ਕੇ ਦਿੱਤੀ ਹੈ। ਸੋ ਜਿਹੜਾ ਸਿਸਟਮ ਉਹਨਾਂ ਦੇ ਸਾਹਮਣੇ ਸੀ, ਉਹਨਾਂ ਨੇ ਉਸ ਸਿਸਟਮ ਦੇ ਵਿੱਚ ਰਹਿੰਦਿਆਂ ਇਹ ਕਿਹਾ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਸਾਰਾ ਉਪਦੇਸ਼ ਜਿਹੜਾ ਹੈ, ਇਹ ਬਾਣੀ ਜਿਹੜੀ ਹੈ, ਇਹ ਗਿਆਨ ਜਿਹੜਾ ਹੈ, ਇਹਨਾਂ ਸਾਰਿਆਂ ਵਰਨਾਂ ਵਾਸਤੇ ਇੱਕੋ ਜਿਹਾ ਹੈ, ਸਾਂਝਾ ਹੈ। ਕੋਈ ਵੀ ਇਸ ਨੂੰ ਅਡਾਪਟ ਕਰ ਸਕਦਾ ਹੈ, ਕੋਈ ਵੀ ਸਿੱਖ ਬਣ ਸਕਦਾ ਹੈ, ਕਿਉਂਕਿ ਉਹ ਸਿੱਖਣ ਵਾਲਾ ਹੋਏਗਾ, ਉਹ ਵਿਦਿਆਰਥੀ ਹੋਏਗਾ, ਉਹ ਸਟੂਡੈਂਟ ਹੋਏਗਾ। ਕੋਈ ਊਚ ਨੀਚ ਦਾ ਇੱਥੇ ਭੇਦ ਨਹੀਂ ਹੈ। ਕੋਈ ਪੜ੍ਹੇ ਅਨਪੜ੍ਹੇ ਦਾ ਭੇਦ ਨਹੀਂ ਹੈ। ਸਾਰਿਆਂ ਵਰਨਾਂ ਨੂੰ ਉਹਨਾਂ ਨੇ ਇੱਕ ਦੇ ਥੱਲੇ ਇਕੱਤਰ ਕੀਤਾ ਔਰ ਕਿਹਾ ਕਿ ਇਹ ਉਪਦੇਸ਼ ਕੋਈ ਵੀ ਕਮਾ ਸਕਦਾ ਹੈ, ਸਾਰਿਆਂ ਵਾਸਤੇ ਹੈ। ਪਰ ਕਹਿੰਦੇ ਗੁਰਮੁਖ ਹੈ, ਗੁਰੂ ਦੇ ਥਰੂ ਤੁਹਾਨੂੰ ਹੋਣਾ ਪੈਣਾ ਹੈ। ਜੋ ਗੁਰੂ ਦੀ ਦੀਖਿਆ ਉਹ ਲੈਣੀ ਪੈਣੀ ਹੈ। ਗੁਰੂ ਦੇ ਥਰੂ ਹੋ ਕੇ ਨਾਮ ਜਪੈ, ਉਧਰੈ ਸੋ ਕਲ ਮਹਿ। ਸਾਰਿਆਂ ਵਾਸਤੇ ਉਪਦੇਸ਼ ਸਾਂਝਾ ਹੈ, ਔਰ ਜਿਹੜਾ ਗੁਰੂ ਦੇ ਥਰੂ ਹੋ ਗਿਆ, ਜਿਹੜਾ ਗੁਰਮੁਖੇ ਹੋ ਗਿਆ, ਗੁਰੂ ਦੇ ਜ਼ਰੀਏ ਜਿਹੜਾ ਐਸ ਘਰ ਦੇ ਵਿੱਚ ਸ਼ਾਮਲ ਹੋ ਗਿਆ, ਗੁਰੂ ਦੇ ਜ਼ਰੀਏ ਹੋ ਕੇ ਉਹਨੇ ਗੁਰਮੁਖੇ ਨਾਮ ਜਪੈ, ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਗੁਰੂ ਦੇ ਥਰੂ ਹੋ ਕੇ ਜਿਹੜਾ ਨਾਮ ਅਭਿਆਸ ਕਰ ਰਿਹਾ, ਨਾਮ ਜਪ ਰਿਹਾ, ਕਲਯੁਗ ਦੇ ਵਿੱਚ ਉਹਦਾ ਉਧਾਰ ਹੋਏਗਾ, ਘਟ ਘਟ ਨਾਨਕ ਮਾਝਾ। ਤੇ ਉਸੇ ਨੂੰ ਇਹ ਸਾਰਿਆਂ ਦੇ ਵਿੱਚ ਅਕਾਲ ਪੁਰਖ ਦੀ ਵਰਤਦੀ ਹੋਈ ਜੋਤ ਨਜ਼ਰ ਆਏਗੀ। ਉਸ ਮਨੁੱਖ ਨੂੰ ਪਰਮਾਤਮਾ ਹਰ ਸਰੀਰ ਵਿੱਚ ਵਸਦਾ, ਰਚਦਾ, ਰਸਦਾ ਨਜ਼ਰ ਆਏਗਾ। ਕਹਿੰਦੇ ਤੂੰ ਕਲਯੁਗ ਦੇ ਵਿੱਚ ਚਾਹੁੰਦਾ ਤੇਰਾ ਉਧਾਰ ਹੋਵੇ? ਤੂੰ ਇਹ ਵੀ ਚਾਹੁੰਦਾ ਕਿ ਤੈਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਵੇ? ਕਹਿੰਦੇ ਆ ਮੈਂ ਤੈਨੂੰ ਫੇਰ ਰਹਾਉ ਦੇ ਮੋੜ ਕੇ ਲੈ ਕੇ ਜਾਵਾਂ। ਕਹਿੰਦੇ ਸੰਤ ਹੋ, ਸੰਤ ਦੇ ਰਾਸਤੇ ਤੇ ਚੱਲ, ਤਾਂ ਐਸ ਜੰਜਾਲ ਦੇ ਵਿੱਚੋਂ, ਤਾਂ ਐਸ ਸਾਗਰ ਦੇ ਵਿੱਚੋਂ ਨਿਕਲ ਪਾਏਗਾ। ਇਹ ਉਹ ਸਾਗਰ ਹੈ ਜਿੱਥੇ ਕਰਮ ਧਰਮ ਪਖੰਡ ਸਾਨੂੰ ਦਿਸ ਰਿਹਾ। ਇਹ ਉਹ ਸਾਗਰ ਹੈ ਜਿੱਥੇ ਨਿਰਵਾਣ ਕੀਰਤਨ ਜਿਹੜਾ ਹੈ ਉਸ ਬਾਰੇ ਕੋਈ ਦੱਸ ਨਹੀਂ ਰਿਹਾ, ਉਸ ਨੂੰ ਕਿਸ ਤਰ੍ਹਾਂ ਹਾਸਲ ਕਰਨਾ ਕੋਈ ਦੱਸ ਨਹੀਂ ਰਿਹਾ, ਤਾਂ ਇਸ ਨੂੰ ਸਾਗਰ ਕਿਹਾ। ਇਹ ਉਹ ਸਾਗਰ ਹੈ ਜਿੱਥੇ ਅਸੀਂ ਤੀਰਥਾਂ ਦੇ ਵਿੱਚ ਰੁੱਝੇ ਹੋਏ ਹਾਂ ਔਰ ਅਸੀਂ ਸੋਚ ਰਹੇ ਹਾਂ ਕਿ ਤੀਰਥ ਜਾ ਕੇ ਯਾਤਰਾ ਕਰਕੇ ਸਾਡੀ ਜਿਹੜੀ ਮੈਲ ਹੈ ਮਨ ਦੀ ਉਹ ਉਤਰ ਜਾਣੀ ਹੈ। ਇਹਨੂੰ ਭਵ ਸਾਗਰ ਤਾਂ ਕਿਹਾ ਵੀ ਸਾਨੂੰ ਸਾਧ ਸੰਗ ਨਜ਼ਰ ਨਹੀਂ ਆ ਰਿਹਾ। ਸਾਹਮਣੇ ਗੁਰਬਾਣੀ ਦੇ ਦਰਸ਼ਨ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਬਿਰਾਜਮਾਨ ਹੁੰਦੇ ਹੋਏ ਅਸੀਂ ਉਹ ਦੇਖ ਨਹੀਂ ਪਾ ਰਹੇ, ਤਾਂ ਇਹ ਭਵ ਸਾਗਰ ਹੈ।
ਸਾਡੇ ਸਾਹਮਣੇ ਬੇਦ ਕਤੇਬ ਸਿਮਰਤ ਸਭ ਸਾਸਤ ਹੈ, ਔਰ ਸਾਨੂੰ ਦੱਸਿਆ ਗਿਆ ਕਿ ਇਨ ਪੜ੍ਹਿਆ ਮੁਕਤ ਨਾ ਹੋਈਏ, ਪੜ੍ਹ ਕੇ ਅਸੀਂ ਮੁਕਤੀ ਨਹੀਂ ਹਾਸਲ ਕਰ ਸਕਦੇ। ਪਰ ਨਹੀਂ, ਸਾਨੂੰ ਇਹ ਨਜ਼ਰ ਨਹੀਂ ਆ ਰਿਹਾ। ਜਿਹੜਾ ਅਸੀਂ ਨਾਮ ਸਿਮਰਨ ਕਰਨਾ ਹੈ, ਏਕ ਅੱਖਰ ਦਾ ਅਸੀਂ ਜਾਪ ਕਰਨਾ ਹੈ, ਏਕ ਅੱਖਰ ਸੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਇਹ ਸਾਨੂੰ ਦਿਸ ਨਹੀਂ ਰਿਹਾ। ਜਿੱਥੇ ਇਹ ਹੈ ਕਿ ਇਹ ਬਾਣੀ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ, ਸਾਨੂੰ ਇਹ ਵੀ ਨਹੀਂ ਨਜ਼ਰ ਆ ਰਿਹਾ। ਸਾਨੂੰ ਇਹ ਵੀ ਨਹੀਂ ਨਜ਼ਰ ਆ ਰਿਹਾ ਕਿ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਜੇਕਰ ਉਧਾਰ ਹੈ ਤੇ ਉਹ ਨਾਮ ਸਿਮਰਨ ਦੇ ਨਾਲ ਹੈ, ਏਕ ਅੱਖਰ ਦੇ ਜਪਣ ਦੇ ਨਾਲ ਹੈ। ਔਰ ਇਹ ਮਨੁੱਖ ਦੇ ਵਿੱਚ ਪਰਮਾਤਮਾ ਦੀ ਜੋਤ ਤੇ ਦਰਸ਼ਨ ਕਰਨੇ ਬੜੀ ਦੂਰ ਦੀ ਗੱਲ ਹੈ। ਹਾਂ, ਕਹਿੰਦੇ ਜੇਕਰ ਸਾਰਾ ਕੁਝ ਤੁਹਾਨੂੰ ਲਗਾਵ ਹੋ ਰਿਹਾ ਹੈ ਇਸ ਚੀਜ਼ ਦੇ ਨਾਲ, ਤੁਹਾਨੂੰ ਬਾਣੀ ਪਿਆਰੀ ਲੱਗ ਰਹੀ ਹੈ, ਤੁਹਾਨੂੰ ਇਹ ਗਿਆਨ ਤੁਹਾਡੇ ਅੰਦਰ ਘਰ ਕਰ ਰਿਹਾ ਹੈ, ਤੁਹਾਨੂੰ ਸਮਝ ਆ ਰਹੀ ਹੈ, ਤੇ ਕਹਿੰਦੇ ਤੂੰ ਸੰਤ ਹੋ, ਤੂੰ ਸੰਤ ਵਾਲੇ ਰਾਸਤੇ ਤੇ ਚੱਲ, ਤੂੰ ਵੀ ਸੰਤ ਹੋਣ ਦੀ ਕੋਸ਼ਿਸ਼ ਕਰ, ਐਸ ਸਾਗਰ ਤੋਂ ਪਾਰ ਲੰਘ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਅੱਜ ਦੀ ਵਿਚਾਰ ਸੀ ਸ਼ਬਦ ਦੀ। ਮੇਰਾ ਖਿਆਲ ਹੈ ਕਿ ਬੜੀ ਅਸੀਂ ਆਸਾਨ ਆਪਣੀ ਪੰਜਾਬੀ ਬੋਲੀ ਦੇ ਵਿੱਚ ਕੋਸ਼ਿਸ਼ ਕੀਤੀ ਹੈ ਸ਼ਬਦ ਨੂੰ ਖੋਲ੍ਹਣ ਦੀ, ਪੜ੍ਹਨ ਦੀ, ਸੂਝ-ਬੂਝ ਦੇ ਨਾਲ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ। ਜਿਹੜੀ ਗੱਲ ਤੁਹਾਡੇ ਪੱਲੇ ਵੱਜ ਗਈ ਹੈ ਉਹਨੂੰ ਪੱਲੇ ਬੰਨ੍ਹ ਕੇ ਰੱਖਣੀ, ਜਿਹੜੀ ਪੱਲੇ ਨਹੀਂ ਵੱਜੀ ਉਹਨੂੰ ਕੋਸ਼ਿਸ਼ ਕਰਨੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਗੁਰਬਾਣੀ ਨੂੰ ਪੜਚੋਲਣਾ ਹੈ, ਪੜ੍ਹਨਾ ਹੈ, ਸਮਝਣਾ ਹੈ, ਸਮਝੇ ਸੂਝੇ ਪੜ੍ਹ ਪੜ੍ਹ ਬੁੱਝੇ। ਇਹੀ ਸਾਡਾ ਮਕਸਦ ਹੈ ਐਸ ਸੰਗਤ ਦਾ, ਕਿ ਅਸੀਂ ਘਰ ਬੈਠੇ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਜਿਹੜਾ ਜੀਵਨ ਹੈ ਉਹ ਸੁਧਾਰ ਸਕੀਏ। ਸੋ ਮੈਂ ਇੱਥੇ ਅੱਜ ਦੀ ਬੈਠਕ ਦੀ ਸਮਾਪਤੀ ਕਰਦਾ ਹਾਂ, ਔਰ ਇਹ ਅਸੀਂ ਵਿਚਾਰ ਕੀਤੀ ਹੈ ਕਿ ਇਹ ਮੇਰੀ ਵੀ ਗਲਤੀ ਸੀ ਜੋ ਮੈਂ ਕਹਿੰਦਾ ਸੀ ਕਿ ਕੋਈ ਸਵਾਲ ਹੋਏ ਤੇ ਪੁੱਛੋ। ਇਹ ਮੇਰੀ ਗਲਤੀ ਸੀ। ਮੈਨੂੰ ਸਵਾਲ ਨਹੀਂ ਕਹਿਣਾ ਚਾਹੀਦਾ ਸੀ, ਮੈਨੂੰ ਕਹਿਣਾ ਚਾਹੀਦਾ ਸੀ ਜੇ ਕੋਈ ਵਿਚਾਰ ਹੋਵੇ ਤੇ ਉਹ ਸੰਗਤਾਂ ਦੇ ਸਾਹਮਣੇ ਰੱਖੋ, ਕਿਉਂਕਿ ਬਾਣੀ ਤੇ ਕਿਸ ਨੇ ਸਵਾਲ ਕਰਨਾ ਹੈ। ਬਾਣੀ ਸਾਡਾ ਗੁਰੂ ਹੈ, ਬਾਣੀ ਦੇ ਅਸੀਂ ਦਰਸ਼ਨ ਕਰਨੇ ਨੇ, ਦਰਸ਼ਨ ਕਰ ਕਰਕੇ ਗੁਰਬਾਣੀ ਪੜ੍ਹਨੀ ਹੈ। ਸੋ ਮੈਂ ਇਹ ਬੇਨਤੀ ਕਰੂੰਗਾ ਕਿ ਜਿਸ ਕਿਸੇ ਦਾ ਵੀ ਕੋਈ ਵੀ ਵਿਚਾਰ ਹੋਵੇ ਉਹ ਆਪਣੇ ਵਿਚਾਰ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤਾਂ ਦੇ ਸਾਹਮਣੇ ਰੱਖ ਸਕਦੇ ਨੇ। ਇੱਥੇ ਸਾਡੀ ਸ਼ਬਦ ਦੀ ਵਿਚਾਰ ਦੀ ਸਮਾਪਤੀ ਹੈ। ਔਰ ਜਿਹੜਾ ਸ਼ਬਦ ਅਸੀਂ ਦੂਸਰਾ ਸੋਚਿਆ ਸੀ ਕਿ ਅਸੀਂ ਉਹਨੂੰ ਖੋਲਾਂਗੇ, ਉਹ ਅਸੀਂ ਹੁਣ ਅਗਲੀ ਵਾਰੀ ਉਹੀ ਸ਼ਬਦ ਕਰਨਾ ਹੈ। ਸੰਗਤਾਂ ਕੋਲ ਮੈਸੇਜ ਦੇ ਵਿੱਚ ਉਹ ਸ਼ਬਦ ਪਹੁੰਚ ਚੁੱਕਾ ਹੈ। ਜਿਹੜੇ ਗਰੁੱਪ ਦੇ ਵਿੱਚ ਨਵੇਂ ਐਡ ਹੋਏ ਨੇ ਉਹਨਾਂ ਵਾਸਤੇ ਮੈਂ ਇੱਕ ਵਾਰੀ ਫੇਰ ਗਰੁੱਪ ਦੇ ਵਿੱਚ ਉਹ ਸ਼ਬਦ ਪਾ ਦੂੰਗਾ, ਔਰ ਜੁਆਇਨ ਕਰਨ ਦਾ ਔਰ ਐਸ ਮੂਰਖ ਨੂੰ ਟਾਈਮ ਕੱਢ ਕੇ ਸੁਣਨ ਦਾ ਸੰਗਤਾਂ ਦਾ ਬਹੁਤ ਧੰਨਵਾਦ।
ਸੋ ਜਿਸ ਕਿਸੇ ਦੇ ਵੀ ਕੋਈ ਵੀ ਵਿਚਾਰ ਹੋਣ, ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਦੇ ਸਾਹਮਣੇ ਰੱਖ ਸਕਦੇ ਨੇ। ਮੈਂ ਇੱਥੇ ਇਜਾਜ਼ਤ ਲੈਂਦਾ ਸੰਗਤਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਵੀਰ ਜੀ। ਜਸਕਿਰਨ here. ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੈਰੀ ਨਾਈਸ ਡਿਸਕਸ਼ਨ ਟੁਡੇ। ਮੈਂ ਆਈ ਅਪਰੀਸ਼ੀਏਟ ਕਿ ਤੁਸੀਂ ਪ੍ਰਚਾਰਕਾਂ ਤੇ ਪਾਈ ਰਿਸਪੌਂਸਿਬਿਲਿਟੀ ਕਿ ਪ੍ਰਚਾਰ ਕਰੋ, ਲੇਕਿਨ ਪਰ ਸਾਡੀ ਪਰਸਨਲ ਰਿਸਪੌਂਸਿਬਿਲਿਟੀ ਵੀ ਹੈ ਔਰ ਪੈਰੈਂਟਲ ਰਿਸਪੌਂਸਿਬਿਲਿਟੀ ਵੀ ਹੈ। ਸੋ ਸ਼ੇਅਰਡ ਰਿਸਪੌਂਸਿਬਿਲਿਟੀ ਹੈ, ਸਿਰਫ ਪ੍ਰਚਾਰਕਾਂ ਦੀ ਨਹੀਂ ਹੈ, ਸਾਡੀ ਸਭ ਦੀ ਰਿਸਪੌਂਸਿਬਿਲਿਟੀ ਹੈ। the youth is everybody's responsibility, not just ਪ੍ਰਚਾਰਕ and not just one person or ਗੁਰਦੁਆਰਾ। ਯੈਸ, ਬਿਲਕੁਲ ਵਿਚਾਰ ਠੀਕ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿੱਦਾਂ ਅਸੀਂ ਕਿਸੇ ਨੂੰ ਕੋਈ ਚੀਜ਼ ਬਣਾ ਕੇ ਦਈਏ ਤੇ ਉਹਨੂੰ ਅਸੀਂ ਕਹੀਏ ਕਿ ਇਹਨੂੰ ਟੇਸਟ ਕਰਕੇ ਸਾਨੂੰ ਦੱਸ। ਸਾਡਾ ਵੀ ਫਰਜ਼ ਹੈ ਕਿ ਉਹਨੂੰ ਅਸੀਂ ਸਹੀ ਜਾਣਕਾਰੀ ਦਈਏ ਵੀ ਮਿੱਠਾ ਕਿੰਨਾ ਘੱਟ ਹੈ, ਵੱਧ ਹੈ, ਲੂਣ ਕਿੰਨਾ ਘੱਟ ਹੈ, ਵੱਧ ਹੈ। ਔਰ ਫਿਰ ਉਹਦਾ ਵੀ ਫਰਜ਼ ਬਣਦਾ ਹੈ ਕਿ ਉਹ ਉਸ ਹਿਸਾਬ ਦੇ ਨਾਲ ਹੀ ਚੱਲੇ, ਆਪਣੀ ਡਿਊਟੀ ਪੂਰੀ ਕਰੇ ਕਿ ਸੰਗਤ ਕਿੰਨਾ ਕੁ ਗੇਨ ਕਰ ਰਹੀ ਹੈ, ਔਰ ਇਹ ਵੀ ਨਾਲ ਨਾਲ ਵਾਚੇ ਕਿ ਸਮਾਜ ਨੂੰ ਜਾਂ ਸਮਾਜ ਵਿੱਚ ਹੋਣ ਵਾਲੀਆਂ ਕੁਰੀਤੀਆਂ ਨੂੰ, ਬੁਰਾਈਆਂ ਨੂੰ ਗੁਰਬਾਣੀ ਦੀ ਮਦਦ ਦੇ ਨਾਲ ਕਿੰਨਾ ਕੁ ਫਰਕ ਪੈ ਰਿਹਾ ਹੈ। ਖਾਲੀ ਇਕਨੋਮਿਕਲੀ ਨਹੀਂ, ਸੋਸ਼ਲੀ ਸਾਡਾ ਜਿਹੜਾ ਮਿਆਰ ਹੈ, ਸਾਡਾ ਜਿਹੜਾ ਸਟੈਂਡਰਡ ਹੈ, ਉਹ ਕਿੰਨਾ ਕੁ ਉੱਚਾ ਜਾ ਰਿਹਾ ਹੈ। ਉਹ ਜਾਣਾ ਚਾਹੀਦਾ ਉੱਚਾ। ਅਧਿਆਤਮ ਦੇ ਨਾਲ, ਗਿਆਨ ਦੇ ਨਾਲ ਉਹ ਸਟੈਂਡਰਡ ਉੱਚਾ ਜਾਣਾ ਚਾਹੀਦਾ ਹੈ। ਔਰ ਇਹ ਹਰ ਪ੍ਰਚਾਰਕ ਦਾ ਫਰਜ਼ ਹੈ, ਹਰ ਜਿਨ੍ਹਾਂ ਨੇ ਸਾਨੂੰ ਇਹ ਅਧਿਆਤਮ ਦੀ ਜਾਣਕਾਰੀ ਦੇਣੀ ਹੈ, ਉਹਨਾਂ ਦਾ ਆਪਣਾ ਵੀ ਜੀਵਨ ਸੁੱਚਾ ਉੱਚਾ ਹੋਵੇ। ਔਰ ਉਹਨਾਂ ਦਾ ਫਰਜ਼ ਹੈ ਕਿ ਉਹ ਰਿਸਪੌਂਸਿਬਿਲਿਟੀ ਦੇ ਨਾਲ ਸੁਸਾਇਟੀ ਨੂੰ ਵਾਚਣ ਕਿ ਸੁਸਾਇਟੀ ਕਿੱਥੇ ਖੜੀ ਹੈ, ਔਰ ਉਹ ਉਸ ਗੱਲ ਤੇ ਜ਼ਰੂਰ ਵਿਚਾਰ ਦੇਣ ਸੰਗਤਾਂ ਨੂੰ। ਮੈਂ ਪੂਰੇ ਖੁੱਲ੍ਹ ਦਿਲੀ ਦੇ ਨਾਲ ਵਿਚਾਰ ਦੇ ਰਿਹਾ, ਪਾਠ ਤੇ ਵੀ ਬੋਲ ਰਿਹਾ। ਹਾਲਾਂਕਿ ਕਈਆਂ ਨੂੰ ਇਹ ਗੱਲ ਸ਼ਾਇਦ ਚੰਗੀ ਨਾ ਲੱਗੇ ਜਾਂ ਕਹਿਣ ਕਿ ਕਿਹੋ ਜਿਹੀਆਂ ਗੱਲਾਂ ਕਰਦਾ। ਮੈਂ ਪਾਠ ਨੂੰ ਰਿਜੈਕਟ ਨਹੀਂ ਕਰਦਾ। ਪਾਠ ਕਰੋ, ਤੀਰਥਾਂ ਤੇ ਵੀ ਜਾਓ, ਸਾਰੇ ਕੰਮ ਕਰੋ, ਲੇਕਿਨ ਅਵਸਥਾ ਉਦੋਂ ਬਣਨੀ ਹੈ, ਅਸੀਂ ਮੁਕਤ ਉਦੋਂ ਹੋਣਾ ਹੈ, ਸਾਡਾ ਜੀਵਨ ਦਾ ਸੋਸ਼ਲ ਸਟੈਂਡਰਡ ਸਾਡਾ ਉਦੋਂ ਉੱਚਾ ਹੋਣਾ ਹੈ ਜਦੋਂ ਅਸੀਂ ਇਸ ਗੁਰਬਾਣੀ ਨੂੰ ਗੁਰੂ ਸਮਝ ਕੇ ਆਪਣੇ ਅੰਦਰ ਅਡਾਪਟ ਕਰਾਂਗੇ। ਥੈਂਕ ਯੂ ਵੈਰੀ ਮਚ। ਪਰਫੈਕਟ। ਤੇ ਦੂਸਰਾ ਸੀਗਾ ਤੁਸੀਂ ਕਿਹਾ ਕਿ ਜਾਂ ਤੇ ਆਪ ਸਿਮਰਨ ਕਰੀਏ ਜਾਂ ਫਿਰ ਜਿਹੜਾ ਸਿਮਰਨ ਕਰਦਾ ਉਹਦੀ ਸੰਗਤ ਕਰੀਏ ਜੀ। ਪਰ ਕਈ ਰੀਅਲ ਲਾਈਫ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਲੋਕ ਬਹੁਤ ਸਿਮਰਨ ਕਰਦੇ ਨੇ ਬਟ ਫਿਰ ਵੀ there is something missing। ਜੀ। so how do we recognize the ਇਹ ਰੈਕੋਗਨਾਈਜ਼ ਕਰਨ ਦੀ ਲੋੜ ਨਹੀਂ ਹੈ। ਫਰਜ਼ ਕਰ ਲਓ, ਇੱਥੇ ਦੇਖੋ, ਇੱਥੇ ਆਪਣੇ ਹੀ ਸ਼ਹਿਰ ਦੇ ਵਿੱਚ ਆਪਣੇ 2 ਸਮਾਗਮ ਹੁੰਦੇ ਨੇ ਇੱਥੇ, ਕੀਰਤਨ ਸਮਾਗਮ ਵੱਡੇ। ਇੱਕ ਫਰਵਰੀ ਦੇ ਮਹੀਨੇ ਹੁੰਦਾ ਹੈ, ਇੱਕ ਸੈਪਟੰਬਰ ਦੇ ਮਹੀਨੇ ਹੁੰਦਾ ਹੈ। ਤੇ ਉੱਥੇ ਮੈਂ ਆਪ ਦੇਖਿਆ, ਮੈਂ ਕੋਸ਼ਿਸ਼ ਕੀਤੀ, ਕਰਦਾ ਰਿਹਾ ਸਾਰਿਆਂ ਨੂੰ ਜਾਣਕਾਰੀ ਹੈ ਇਸ ਚੀਜ਼ ਦੀ ਕਿ ਆਪਣੇ ਪਰਿਵਾਰ ਸਮੇਤ ਅੰਮ੍ਰਿਤ ਵੇਲੇ ਉੱਥੇ ਜੇਕਰ 4 ਤੋਂ 5 ਟਾਈਮ ਹੈ ਨਾਮ ਸਿਮਰਨ ਦਾ ਅਸੀਂ ਪਹੁੰਚਦੇ ਰਹੇ ਹਾਂ। ਪਰ ਉੱਥੇ ਬਹੁਤ ਥੋੜ੍ਹੇ ਲੋਕ ਹੁੰਦੇ ਸੀ, 12 15 20 ਜਾਣੇ, 25 ਜਾਣੇ ਜ਼ਿਆਦਾ ਹੁੰਦੇ ਸੀ। ਔਰ ਫੈਬਰਵਰੀ ਦੇ ਮਹੀਨੇ ਸੰਗਤ ਕਿਉਂਕਿ ਬਾਹਰੋਂ ਆਉਂਦੀ ਹੈ ਸੰਗਤ, ਔਰ ਬੜਾ ਉਤਸ਼ਾਹ ਹੁੰਦਾ ਸੰਗਤਾਂ ਦੇ ਵਿੱਚ। ਉਸ ਸਮੇਂ ਜ਼ਰੂਰ ਉਹ ਹਾਲ ਭਰੇ ਹੁੰਦੇ ਸੀ। ਔਰ ਬੜੀ ਮੁਬਾਰਕ ਗੱਲ ਹੈ, ਬੜਾ ਉਹਨਾਂ ਦਾ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਦੂਰੋਂ ਆ ਕੇ ਸਾਨੂੰ ਨਾਮ ਦੀ ਸੰਗਤ, ਔਰ ਇਹੀ ਰੰਗਤ ਹੈ। ਅਸੀਂ ਦੇਖ ਕੇ ਲੱਗਣਾ ਹੁੰਦਾ ਕਿ ਅਸੀਂ ਵੀ ਇਸ ਪਾਸੇ ਲੱਗੀਏ। ਔਰ ਫਿਰ ਵੀ ਉਹ ਪ੍ਰਬੰਧਕਾਂ ਨੂੰ ਅਨਾਊਂਸ ਕਰਨਾ ਪੈਂਦਾ ਕਿ ਭਾਈ ਸਵੇਰੇ ਆ ਕੇ ਤੁਸੀਂ ਜ਼ਰੂਰ ਸਿਮਰਨ ਦੇ ਵਿੱਚ ਹਾਜ਼ਰੀ ਲਾਇਓ। ਗੁਰਬਾਣੀ ਦਾ ਜੇਕਰ ਸਾਡੇ ਕੋਲ ਸਹੀ ਗਿਆਨ ਹੈ ਤਾਂ ਮਨੁੱਖ, ਅਸੀਂ ਸਾਰੇ ਉਹ ਬਾਕੀ ਕੰਮ ਆਪਾਂ ਛੱਡ ਦਾਂਗੇ, ਪਰ ਜਿਹੜਾ ਨਾਮ ਸਿਮਰਨ ਦਾ ਵੇਲਾ ਹੈ ਅਸੀਂ ਉਹ ਕਦੇ ਵੀ ਨਹੀਂ ਖੁਝਾਵਾਂਗੇ ਜੇਕਰ ਸਾਨੂੰ ਇਸ ਦੀ ਵੈਲਿਊ ਦਾ ਪਤਾ ਹੋਏਗਾ। ਥੈਂਕ ਯੂ ਵੀਰ ਜੀ। ਹਾਂਜੀ, ਬਿਲਕੁਲ ਬੇਝਿਜਕ ਹੋ ਕੇ ਆਪਣੇ ਵਿਚਾਰ ਦਿਓ ਤਾਂ ਜੋ ਆਪਾਂ ਫਿਰ ਸਮਾਪਤੀ ਕਰ ਸਕੀਏ ਅੱਜ ਦੀ ਬੈਠਕ ਦੀ। ਕੋਈ ਵੀ ਸੱਜਣ ਆਪਣੇ ਵਿਚਾਰ ਦੇਣੇ ਚਾਹੁੰਦੇ ਨੇ ਤੇ ਜ਼ਰੂਰ ਉਹ ਵਿਚਾਰ ਦੇਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਇੱਕ ਸਵਾਲ ਹੋ ਸਕਦਾ ਕਿ ਉਹ ਵਾਜਿਬ ਨਾ ਹੋਵੇ। ਜਿਸ ਤਰ੍ਹਾਂ ਜੰਮ ਦੀ ਗੱਲ ਆਪ ਜੀ ਨੇ ਕੀਤੀ ਸੀ ਕਿ ਜੰਮ ਜਿਹੜਾ ਹੈ ਉਹ ਸਭ ਕੁਝ ਖੋਹ ਲੈਂਦਾ ਹੈ। ਇਹ ਜੰਮ ਜਿਹੜਾ ਹੈ ਇਹ ਸਾਡੇ ਕੋਈ ਕਰਮਕਾਂਡ ਹੀ ਹਨ, ਜਿੱਦਾਂ ਹੰਕਾਰ, ਲੋਭ, ਮੋਹ, ਹੰਕਾਰ ਸਾਡੀ ਲਾਈਫ ਦੀ ਐਰਰਸ ਜਾਂ ਹਨ ਜਾਂ ਇਹ ਕੋਈ ਜਾਮਾ ਆ, ਕੋਈ ਬੰਦਾ ਆ, ਕੋਈ ਬੋਲਦਾ ਆ, ਜਾਂ so I would like to little bit know about it. What is it? ਇਹ ਦੋਨਾਂ ਪਾਸੇ ਇਹ ਸਵਾਲ ਬਹੁਤ ਡੂੰਘਾ ਹੈ, ਪਰ ਇਹ ਮੇਰਾ ਖਿਆਲ ਹੈ ਜਿਉਂ-ਜਿਉਂ ਆਪਾਂ ਅੱਗੇ ਗੁਰਬਾਣੀ ਨਾਲ ਸਾਂਝ ਪਾਵਾਂਗੇ ਇਹ ਸਾਡੀਆਂ ਚੀਜ਼ਾਂ ਕਲੀਅਰ ਹੋਣਗੀਆਂ। ਜਿਸ ਤਰ੍ਹਾਂ ਮੈਂ ਅੱਜ ਯੁੱਗਾਂ ਦੀ ਗੱਲ ਕੀਤੀ ਹੈ ਵੀ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਕਲਯੁੱਗ ਦੇ ਵਿੱਚ ਨਾਮ ਦੀ ਮਹਿਮਾ ਨੂੰ ਹੀ, ਨਾਮ ਜਪਣ ਨੂੰ ਹੀ ਪ੍ਰਵਾਨ ਕੀਤਾ ਗਿਆ। ਸੋ ਆਪਾਂ, ਇਹ ਸਾਡੀ ਅਵਸਥਾ ਵੀ ਹੈ, ਇਹ ਸਾਡਾ ਸੁਭਾਅ ਵੀ ਹੈ, ਲੇਕਿਨ ਇਹ ਵੀ ਜਿਹੜੀ ਡਿਊਟੀ ਅਕਾਲ ਪੁਰਖ ਨੇ ਜਿਹੜੀ ਫਿਕਸ ਕੀਤੀ ਹੈ, ਜਿਸ ਤਰ੍ਹਾਂ ਜਪ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਪੋਰਟਫੋਲੀਓ ਨੇ ਸਾਰੇ, ਇਹ ਪੋਰਟਫੋਲੀਓ ਨੇ ਸਾਰੇ, ਇਹ ਵੀ ਜੂਨਾਂ ਦੇ ਵਿੱਚ ਨੇ, ਇਹਨਾਂ ਦਾ ਛੁਟਕਾਰਾ ਨਹੀਂ ਹੋਇਆ ਕਿਸੇ ਦਾ ਵੀ। ਪਰ ਅਕਾਲ ਪੁਰਖ ਨੇ ਇਹਨਾਂ ਨੂੰ ਇੱਕ ਡਿਊਟੀ ਲਾਈ ਹੋਈ ਹੈ ਵੀ ਆਹ ਤੁਹਾਡਾ ਕੰਮ ਹੈ, ਇਹ ਤੁਸੀਂ ਕਰਨਾ। ਉਸੇ ਤਰ੍ਹਾਂ ਜਿਹੜਾ ਜੰਮ ਹੈ ਉਹਨੂੰ ਵੀ ਜੂਨ ਮਿਲੀ ਹੈ, ਉਹ ਆਪਣੀ ਜੂਨ ਨਿਭਾ ਰਿਹਾ। ਜਦੋਂ ਗੁਰਸਿੱਖ ਦੀ ਅਵਸਥਾ ਬਣਦੀ ਹੈ ਤੇ ਗੁਰਸਿੱਖ ਨੂੰ ਜਿਹੜਾ ਜਮਕਾਲ ਹੈ ਉਹ ਲਿਖਿਆ ਕਿ ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਉਸ ਗੁਰਸਿੱਖ ਨੂੰ ਜਮਕਾਲ ਭੇਟਾ ਦਿੰਦਾ ਹੈ, ਗਿਫਟ ਦਿੰਦਾ ਹੈ ਉਸਨੂੰ। ਉਹਨੂੰ ਇੰਨਾ ਵੀ ਪਤਾ ਹੈ, ਦੇਖੋ ਇਹ ਆਪਾਂ ਹੌਲੀ ਹੌਲੀ ਬਾਣੀ ਦੇ ਨਾਲ ਖੋਲਾਂਗੇ। ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਉਹਨੂੰ ਵਾਅਦਾ ਕਰਦਾ ਵੀ ਤੂੰ ਗੁਰਸਿੱਖਾ ਅੱਗੇ ਅਕਾਲ ਪੁਰਖ ਦੀ ਦਰਗਾਹ ਤੇ ਚੱਲਿਆ, ਆ ਮੇਰੇ ਵੱਲੋਂ ਛੋਟੀ ਜਿਹੀ ਭੇਟਾ ਤੇਰੇ ਵਾਸਤੇ, ਔਰ ਮੈਂ ਤੇਰਾ ਸੇਵਕ ਬਣ ਕੇ ਰਹੂੰਗਾ। ਕਿਤੇ ਮੇਰੀ ਵੀ ਤੂੰ ਉੱਥੇ ਅਰਦਾਸ ਬੇਨਤੀ ਕਰਦੀ ਤਾਂ ਕਿ ਮੈਂ ਵੀ ਇਸ ਜੂਨ ਤੋਂ ਛੁਟਕਾਰਾ ਪਾ ਸਕਾਂ। ਇਹ ਸਾਰੀਆਂ ਜੂਨਾਂ ਨੇ। ਮੈਂ ਬੜੇ ਥੋੜੇ ਸਮੇਂ ਵਿੱਚ ਮੈਂ ਆਪ ਜੀ ਦੇ ਬਹੁਤ ਵੱਡੇ ਸਵਾਲ ਦਾ ਉੱਤਰ ਦਿੱਤਾ ਹੈ, ਲੇਕਿਨ ਮੇਰੀ ਤਾਕੀਦ ਹੈ ਕਿ ਇਹ ਜਿਉਂ-ਜਿਉਂ ਅਸੀਂ ਗਾਂਹ ਚੱਲਾਂਗੇ ਗੁਰਬਾਣੀ ਦੇ ਵਿੱਚ, ਤਿਉਂ-ਤਿਉਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਕਾਲ ਪੁਰਖ ਬਖਸ਼ਿਸ਼ ਕਰਨਗੇ ਔਰ ਸਾਨੂੰ ਕਲੀਅਰ ਹੁੰਦੀਆਂ ਜਾਣਗੀਆਂ। ਥੈਂਕ ਯੂ ਜੀ। ਸਤ ਬਚਨ। ਹਾਂਜੀ, ਕਿਸੇ ਹੋਰ ਨੇ ਵਿਚਾਰ ਆਪਣੇ ਸਾਂਝੇ ਕਰਨੇ ਹੋਣ ਤੇ ਉਹ ਜ਼ਰੂਰ ਸਾਂਝੇ ਕਰਨ ਜੀ। ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਦੀਪ ਵੀਰ ਜੀ, ਕੀ ਹਾਲ ਨੇ? ਕਿਰਪਾ ਵਾਹਿਗੁਰੂ ਜੀ। ਵੀਰ ਜੀ, ਮੈਂ ਅਪਰੀਸ਼ੀਏਟ ਕਰਦਾ ਕਿ ਤੁਸੀਂ ਜੋ ਗੱਲ ਆਖੀ ਕਿ ਸਾਡੇ ਪ੍ਰਚਾਰਕ ਜੋ ਹੈ, ਜਿੱਥੇ ਨਾਮ ਸਿਮਰਨ ਦੀ ਗੱਲ ਆਉਂਦੀ ਹੈ ਕਿ ਜਿੱਥੇ ਵੀ ਜੋ ਕੁਝ ਕਨਫਿਊਜ਼ਿੰਗ ਵਰਡਸ ਹੈਗੇ ਨੇ ਬਾਣੀ ਵਿੱਚ, ਜਿਵੇਂ ਸੇਵਾ ਹੋ ਗਿਆ, ਕੀਰਤਨ ਹੋ ਗਿਆ, ਤੁਸੀਂ ਉਹਨੂੰ ਬਹੁਤ ਹੀ ਸੋਹਣਾ ਖੋਲ ਕੇ ਸਮਝਾਇਆ। ਕਾਫੀ ਕਨਫਿਊਜ਼ਿੰਗ ਨੇ। ਮੈਂ ਵੀ ਕਾਫੀ ਚਿਰ ਤੱਕ ਸੇਵਾ ਨੂੰ ਜੋ ਹੈ ਹੱਥੀ ਜੋ ਲੇਬਰ ਸੇਵਾ ਹੈਗੀ ਆ, ਅਸੀਂ ਜੋ ਗੁਰਦੁਆਰੇ ਕਰਦੇ ਉਹੀ ਸਮਝਦਾ ਆਇਆ ਸੀਗਾ। ਰੀਸੈਂਟਲੀ ਹੀ ਮੈਨੂੰ ਜੋ ਹੈ ਇਸ ਚੀਜ਼ਾਂ ਦਾ ਖੁਲਾਸਾ ਮਿਲਿਆ ਤੇ ਉਹਦੇ ਨਾਲ ਕਾਫੀ ਸੋਹਣੀ ਸਪਿਰਿਚੁਅਲ ਡਿਵੈਲਪਮੈਂਟ ਜੋ ਹੈ ਸਾਹਮਣੇ ਆਈ ਹੈ ਤੇ ਵੈਰੀ ਗੁੱਡ, ਕਾਫੀ ਸੋਹਣਾ ਹੈ। ਮੈਂ ਕਈ ਵਾਰੀ ਸਪਿਰਿਚੁਅਲ ਡਿਵੈਲਪਮੈਂਟ ਨੂੰ ਜੋ ਹੈ ਕਿਸੇ ਦਾ ਭਾਰ ਵਧਿਆ ਹੈ ਔਰ ਉਹ ਵਰਕਆਊਟ ਕਰਕੇ ਉਹਨੂੰ ਆਪਣੀ ਲਾਈਫ ਸਟਾਈਲ ਚੇਂਜ ਕਰਕੇ ਘਟਾਉਣਾ ਚਾਹੁੰਦਾ, ਉਹਦੇ ਨਾਲ ਮੈਂ ਤੁਲਨਾ ਦੇ ਕੇ ਉਹਨੂੰ ਸਮਝਦਾ ਹੁੰਦਾ। ਤੇ ਕੋਈ ਵੀ ਟ੍ਰੇਨਰ ਸਾਨੂੰ ਜਦੋਂ ਵਰਕਆਊਟ ਦੀ ਗੱਲ ਆਵੇ, ਐਕਸਰਸਾਈਜ਼ ਦੀ ਗੱਲ ਆਵੇ ਜਾਂ ਫਿਰ ਡਾਈਟ ਦੀ ਗੱਲ ਆਵੇ ਔਰ ਉਹ ਗੱਲ ਗੋਲ-ਮੋਲ ਕਰ ਜਾਵੇ ਤਾਂ ਅਸੀਂ ਸਮਝਾਂ ਕਿ ਹਾਂ ਵੀ ਇਹ ਕੋਈ ਵਧੀਆ ਟ੍ਰੇਨਰ ਨਹੀਂ ਹੈਗਾ, ਕਿਉਂਕਿ ਇਸੇ ਨਾਲ ਤੇ ਸਾਨੂੰ ਰਿਜ਼ਲਟ ਮਿਲਨੇ ਜੀ। ਤੇ ਜੋ ਪ੍ਰਚਾਰਕ ਹੈਗੇ ਨੇ, ਜਦੋਂ ਨਾਮ ਦੀ ਗੱਲ ਆਉਂਦੀ ਹੈ ਉੱਥੇ ਉਹ ਚੀਜ਼ਾਂ ਜਾਂ ਤੇ ਕੱਟ ਸ਼ਾਰਟ ਕਰ ਜਾਂਦੇ ਜਾਂ ਫਿਰ ਗੋਲ-ਮੋਲ ਕਰ ਜਾਂਦੇ ਨੇ। ਉੱਥੋਂ ਪਤਾ ਲੱਗਦਾ ਕਿ ਇਹ ਸਿਰਫ ਜੋ ਹੈਗੇ ਆ ਇਹਨਾਂ ਨੂੰ ਜਾਂ ਤੇ ਆਪ ਗਿਆਨ ਨਹੀਂ ਜਾਂ ਫਿਰ ਦੇਣਾ ਨਹੀਂ ਚਾਹੁੰਦੇ। ਤੇ ਮੈਂ ਵੀ ਦੇਖਿਆ ਬਹੁਤ ਹੀ ਘੱਟ ਪ੍ਰਚਾਰਕ ਨੇ ਜੋ ਇਸ ਟੌਪਿਕ ਨੂੰ ਪੂਰੀ ਤਰ੍ਹਾਂ ਖੁਲਾਸਾ ਕਰਕੇ ਸਾਰਿਆਂ ਨੂੰ ਗਿਆਨ ਦਿੰਦੇ ਨੇ, ਜਿਹਦੇ ਨਾਲ ਅਸੀਂ ਪ੍ਰੈਕਟੀਕਲੀ ਅਚੀਵ ਕਰ ਸਕੀਏ ਜੋ ਅਸੀਂ ਸਪਿਰਿਚੁਅਲਿਟੀ ਥਰੂ ਕਰਨਾ ਚਾਹੁੰਦੇ ਹਾਂ। ਤੇ ਆਈ ਰੀਅਲੀ ਅਪਰੀਸ਼ੀਏਟ ਦੈਟ।
ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਆਪਾਂ ਅੱਜ ਦੀ ਬੈਠਕ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵੇਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਨੇ ਕਿਰਪਾ ਕੀਤੀ ਹੈ, ਤਰਸ ਕਰਕੇ ਸਾਡੇ ਜੀਵਾਂ ਦੇ ਉੱਤੇ ਸਾਨੂੰ ਬਾਣੀ ਦੇ ਨਾਲ ਜੋੜਿਆ ਹੈ, ਬਾਣੀ ਦੀ ਸੂਝ-ਬੂਝ ਬਖਸ਼ੀ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਦੀ ਅਸੀਸ ਬਖਸ਼ੋ। ਆਪ ਜੀ ਦੇ ਅੱਗੇ ਅਰਜ਼ੋਈ ਹੈ, ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਨੂੰ ਮਿਲ ਕੇ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ